ਦੈਨ ਅੱਜ ਦੇ ਲੈਕਚਰ ਦੇ ਵਿੱਚ ਆਪਾਂ ਕਵਰ ਕਰਨਾ ਡਾਇਨਾਮਿਕ ਪ੍ਰੋਗਰਾਮਿੰਗ ਤੇ ਉਹਦੀਆਂ ਕੁਝ ਕੇਸ ਸਟੱਡੀਜ਼ ਆਪਾਂ ਕਰਾਂਗੇ। ਸੋ ਡਾਇਨਾਮਿਕ ਪ੍ਰੋਗਰਾਮਿੰਗ ਦਾ ਜੋ ਕਨਸੈਪਟ ਹੈ ਉਹ ਰਿਕਰਡ ਬੈਲਮੈਨ ਜਿਹੜਾ ਸੀ ਦੈਟ ਇਜ਼ ਦਾ ਨੇਮ ਆਫ ਸਾਇੰਟਿਸਟ ਜਿਹਨੇ ਸਭ ਤੋਂ ਪਹਿਲਾਂ ਡਾਇਨਾਮਿਕ ਪ੍ਰੋਗਰਾਮਿੰਗ ਦਾ ਕਨਸੈਪਟ ਰੱਖਿਆ ਸੀ, ਜਿਨ੍ਹਾਂ ਨੇ ਜਿਸ ਕਰਕੇ ਉਹਨਾਂ ਨੂੰ ਫਾਦਰ ਆਫ ਡਾਇਨਾਮਿਕ ਪ੍ਰੋਗਰਾਮਿੰਗ ਵੀ ਕਿਹਾ ਜਾਂਦਾ ਹੈ। ਸੋ ਦਿਸ ਇਜ਼ ਦ ਰਿਕਰਡ ਬੈਲਮੈਨ। ਸੋ ਦਿਸ ਇਜ਼ ਦ ਨੇਮ ਆਫ ਦ ਪਰਸਨ ਜਿਨ੍ਹਾਂ ਨੇ ਸਭ ਤੋਂ ਪਹਿਲਾਂ dynamic programming concept ਦਿੱਤਾ ਸੀ। and he was a mathematician based in America and it is also credited with the coining of the word dynamic programming। ਇਹ concept ਜਿਹੜਾ dynamic programming ਦਾ ਜੋ word ਹੈ ਸਭ ਤੋਂ ਪਹਿਲਾਂ ਉਹਨਾਂ ਨੇ ਇਜਾਦ ਕੀਤਾ ਸੀ। ਸੋ ਇਸ ਵਰਡ ਦੇ ਵਿੱਚ ਦੋ ਪਾਰਟਸ ਨੇ, ਵਨ ਇਜ਼ ਡਾਇਨਾਮਿਕ ਐਂਡ ਅਦਰ ਵਨ ਇਜ਼ ਪ੍ਰੋਗਰਾਮਿੰਗ। ਤਾਂ ਇੱਥੇ ਜਿਹੜਾ ਡਾਇਨਾਮਿਕ ਹੈ ਦੈਟ ਰੈਫਰ ਟੂ ਦਾ ਚੇਂਜ ਵਿਦ ਟਾਈਮ। ਸੋ ਜੇ ਡਾਇਨਾਮਿਕ ਦਾ ਮਤਲਬ ਕੀ ਹੁੰਦਾ ਕਿ ਜਿਹੜੀ ਚੀਜ਼ ਟਾਈਮ ਦੇ ਹਿਸਾਬ ਨਾਲ ਆਪਣੀ ਚੇਂਜ ਹੁੰਦੀ ਹੈ, ਸੋ ਉਹਨੂੰ ਆਪਾਂ ਡਾਇਨਾਮਿਕ ਕਹਿੰਦੇ ਆ। ਸੋ ਡਾਇਨਾਮਿਕ ਰੈਫਰ ਟੂ ਦਾ ਚੇਂਜ ਵਿਦ ਟਾਈਮ। ਜਿਹੜਾ ਇਹਦੇ ਚ ਪ੍ਰੋਗਰਾਮਿੰਗ ਵਰਡ ਹੈ, ਪ੍ਰੋਗਰਾਮਿੰਗ ਦੈਟ ਇਜ਼ ਇੰਟਰਪ੍ਰੀਟਡ ਐਜ਼ ਪਲੈਨਿੰਗ ਔਰ ਟੇਬੂਲੇਸ਼ਨ। ਠੀਕ ਹੈ, ਸੋ ਪ੍ਰੋਗਰਾਮਿੰਗ ਨੂੰ ਆਪਾਂ ਪਲੈਨਿੰਗ ਨੂੰ ਪ੍ਰੋਗਰਾਮਿੰਗ ਦਾ ਨਾਮ ਦਿੱਤਾ ਗਿਆ, ਨਾ ਕਿ ਜਿਹੜਾ ਇੱਕ ਕੰਪਿਊਟਰ ਦਾ ਪ੍ਰੋਗਰਾਮ ਜਿਹਨੂੰ ਕਿ ਆਪਾਂ ਸੈਟ ਆਫ ਇੰਸਟਰਕਸ਼ਨਸ ਕਹਿੰਦੇ ਆ। ਇੱਥੇ ਪ੍ਰੋਗਰਾਮਿੰਗ ਦਾ ਮਤਲਬ ਆਪਣਾ ਸੈਟ ਆਫ ਇੰਸਟਰਕਸ਼ਨ ਨਹੀਂ ਹੈ, ਬਲਕਿ ਇੱਥੇ ਮਤਲਬ ਹੈ ਪਲੈਨਿੰਗ ਤੋਂ। ਸੋ ਪ੍ਰੋਗਰਾਮਿੰਗ ਦਾ ਮਤਲਬ ਕੀ ਹੈ ਕਿ ਆਪਾਂ ਇੱਕ ਪਲਾਨ ਬਣਾਉਂਦੇ ਆ ਜਦੋਂ, ਸੋ ਉਹ ਡਾਇਨਾਮਿਕ ਪ੍ਰੋਗਰਾਮਿੰਗ ਦਾ ਮਤਲਬ ਕੀ ਹੋਗਾ ਕਿ ਇਹੋ ਜਿਹਾ ਪਲਾਨ ਜਿਹੜਾ ਟਾਈਮ ਦੇ ਹਿਸਾਬ ਨਾਲ ਚੇਂਜ ਹੁੰਦਾ ਰਹਿੰਦਾ ਹੈ। ਠੀਕ, ਸੋ ਉਸ ਪ੍ਰੋਗਰਾਮ ਨੂੰ ਆਪਾਂ ਉਸ ਪਲਾਨ ਨੂੰ ਆਪਾਂ ਡਾਇਨਾਮਿਕ ਪ੍ਰੋਗਰਾਮਿੰਗ ਦਾ ਨਾਮ ਦਿੱਤਾ ਜਾਂਦਾ ਹੈ। ਸੋ ਇਹ ਜਿਹੜੀ ਟਰਮ ਹੈ ਬਹੁਤ ਪੁਰਾਣੀ 1960s ਦੇ ਵਿੱਚ ਡਿਵੈਲਪ ਹੋਈ ਸੀਗੀ, ਕਿਉਂਕਿ ਰਿਕਰਡ ਬੈਲਮੈਨ ਕੋਈ ਅੱਜ ਦਾ ਸਾਇੰਟਿਸਟ ਨਹੀਂ ਹੈ, ਬਹੁਤ ਪੁਰਾਣਾ ਹੈ। 1960 ਦੇ ਵਿੱਚ ਉਹਨੇ ਇਸ ਟਰਮ ਨੂੰ ਇਜਾਦ ਕੀਤਾ ਸੀ, ਜਦੋਂ ਕੰਪਿਊਟਰ ਨਾਮ ਦੀ ਕੋਈ ਚੀਜ਼ ਵੀ ਨਹੀਂ ਸੀ ਹੁੰਦੀ ਔਰ ਕੰਪਿਊਟਰ ਪ੍ਰੋਗਰਾਮਿੰਗ ਬਾਰੇ ਕੁਝ ਪਤਾ ਵੀ ਨਹੀਂ ਸੀ ਹੁੰਦਾ। ਤਾਂ ਉਦੋਂ ਪ੍ਰੋਗਰਾਮਿੰਗ ਦਾ ਮਤਲਬ ਇਹ ਹੁੰਦਾ ਸੀਗਾ ਕਿ ਇੱਕ ਪਲਾਨ ਨੂੰ ਕ੍ਰੀਏਟ ਕਰਨਾ, ਬਿਕੋਜ਼ ਪ੍ਰੋਗਰਾਮ ਕੀ ਹੈ ਬੇਸਿਕਲੀ ਸੈਟ ਆਫ ਇੰਸਟਰਕਸ਼ਨ ਹੈ। ਸੈਟ ਆਫ ਇੰਸਟਰਕਸ਼ਨ ਕਿੱਥੋਂ ਆਣੇ ਨੇ? ਉਹ ਆਪਣੇ ਐਲਗੋਰਿਦਮ ਤੋਂ ਆਣੇ ਹੈ। ਸੋ ਐਲਗੋਰਿਦਮ ਕੀ ਹੈ? ਇਟ ਇਜ਼ ਜਸਟ ਅ ਸਟੈਪ ਪ੍ਰੋਸੀਜਰ। ਸੋ ਇੱਕ ਪਲਾਨ ਹੈ, ਸੋ ਐਲਗੋਰਿਦਮ ਇਜ਼ ਜਸਟ ਅ ਪਲਾਨ। ਉਸ ਪਲਾਨ ਨੂੰ ਜਦੋਂ ਆਪਾਂ ਇੰਪਲੀਮੈਂਟ ਕਰਦੇ ਹਾਂ, ਵੀ ਕੈਨ ਇੰਪਲੀਮੈਂਟ ਦੈਟ ਪਲਾਨ ਵਿਦ ਐਨੀ ਲੈਂਗੁਏਜ, ਇਟ ਕੈਨ ਬੀ C++, ਜਾਵਾ, ਕੁਝ ਵੀ ਹੋ ਸਕਦਾ। ਤਾਂ ਉਹ ਜਿਹੜੀ ਲੈਂਗੁਏਜ ਆਪਾਂ ਇਹਨੂੰ ਇੰਪਲੀਮੈਂਟ ਕਰ ਦਿੰਦੇ ਆ ਉਹਨੂੰ ਆਪਾਂ ਕਹਿ ਦਿੰਦੇ ਆ ਪ੍ਰੋਗਰਾਮ। ਸੋ ਜਦੋਂ ਇਹ ਟਰਮ ਡਿਵੈਲਪ ਹੋਈ ਸੀ ਉਦੋਂ ਇਹਦਾ ਨਾਮ ਡਾਇਨਾਮਿਕ ਪ੍ਰੋਗਰਾਮਿੰਗ ਇਸ ਸੈਂਸ ਦੇ ਵਿੱਚ ਰੱਖਿਆ ਗਿਆ ਸੀ ਕਿ ਇਹੋ ਜਿਹਾ ਪਲਾਨ ਜਿਹੜਾ ਕਿ ਟਾਈਮ ਦੇ ਹਿਸਾਬ ਨਾਲ ਚੇਂਜ ਹੁੰਦਾ ਰਹਿੰਦਾ ਹੈ। ਉਸ ਤੋਂ ਬਾਅਦ ਜਿਹੜੇ ਆਪਣਾ ਕਨਸੈਪਟ ਹੈ ਡਾਇਨਾਮਿਕ ਪ੍ਰੋਗਰਾਮਿੰਗ ਦਾ, ਉਹਦੇ ਵਿੱਚ ਕੀ ਹੈ? ਇਟ ਇਜ਼ ਟਿਪੀਕਲੀ ਅਪਲਾਈਡ ਟੂ ਆਪਟੀਮਾਈਜ਼ੇਸ਼ਨ ਪ੍ਰੋਬਲਮਸ। ਜਿਹੜੀਆਂ ਆਪਟੀਮਾਈਜ਼ੇਸ਼ਨ ਪ੍ਰੋਬਲਮਸ ਹੁੰਦੀਆਂ ਨੇ, ਜਿਵੇਂ ਕਿ ਆਪਾਂ ਕੱਲ ਵੀ ਗੱਲ ਕੀਤੀ ਸੀ ਕਿ ਗ੍ਰੀਡੀ ਐਲਗੋਰਿਦਮ ਵੀ ਆਪਟੀਮਾਈਜ਼ੇਸ਼ਨ ਪ੍ਰੋਬਲਮ ਦੇ ਵਿੱਚ ਲੱਗਦਾ ਹੈ, ਤੇ ਡਾਇਨਾਮਿਕ ਪ੍ਰੋਗਰਾਮਿੰਗ ਦਾ ਕਨਸੈਪਟ ਵੀ ਆਪਟੀਮਾਈਜ਼ੇਸ਼ਨ ਪ੍ਰੋਬਲਮ ਦੇ ਵਿੱਚ ਹੀ ਅਪਲਾਈ ਹੁੰਦਾ ਹੈ। ਜਦੋਂ ਆਪਾਂ ਪ੍ਰੋਬਲਮ ਦਾ ਕੋਈ ਸੋਲੂਸ਼ਨ ਲੱਭਦੇ ਹਾਂ ਤਾਂ ਜ਼ਰੂਰੀ ਕਈ ਵਾਰੀ ਕੀ ਹੁੰਦਾ ਕਿ ਗ੍ਰੀਡੀ ਐਲਗੋਰਿਦਮ ਆਪਾਂ ਨੂੰ ਆਪਟੀਮਾਈਜ਼ ਸੋਲੂਸ਼ਨ ਦੇ ਦਿੰਦਾ ਹੈ, ਬਟ ਬਹੁਤ ਸਾਰੀ ਸਿਚੁਏਸ਼ਨ ਦੇ ਵਿੱਚ ਉਹ ਗ੍ਰੀਡੀ ਐਲਗੋਰਿਦਮ ਫੇਲ ਹੋ ਜਾਂਦਾ ਆਪਟੀਮਾਈਜ਼ ਸੋਲੂਸ਼ਨ ਦੇਣ ਦੇ ਵਿੱਚ। ਉਸ ਕੇਸ ਦੇ ਵਿੱਚ ਆਪਾਂ ਡਾਇਨਾਮਿਕ ਪ੍ਰੋਗਰਾਮਿੰਗ ਦਾ ਕਨਸੈਪਟ ਯੂਜ਼ ਕਰਦੇ ਹਾਂ। ਐਗਜ਼ਾਮਪਲ ਇਹਦੀ ਹੈਗੀ ਸ਼ੈਡਿਊਲਿੰਗ। ਕਿਸੇ ਵੀ ਤਰ੍ਹਾਂ ਦੀ ਸ਼ੈਡਿਊਲਿੰਗ ਕਰਨੀ ਹੋਵੇ, ਭਾਵੇਂ ਜੌਬ ਸ਼ੈਡਿਊਲਿੰਗ ਹੈ, ਭਾਵੇਂ ਪ੍ਰਿੰਟ ਸ਼ੈਡਿਊਲਿੰਗ ਹੈ, ਭਾਵੇਂ ਪ੍ਰੋਸੈਸਿੰਗ ਦੀ ਸ਼ੈਡਿਊਲਿੰਗ ਹੈ, CPU ਦੀ ਸ਼ੈਡਿਊਲਿੰਗ ਹੈ, ਬਹੁਤ ਤਰ੍ਹਾਂ ਦੀ ਸ਼ੈਡਿਊਲਿੰਗ ਆਉਂਦੀਆਂ ਨੇ। ਸੋ ਕਿਸੇ ਵੀ ਤਰ੍ਹਾਂ ਦੀ ਸਕੈਜੂਲਿੰਗ ਹੋਵੇ, ਆਪਣਾ ਜਿਹੜਾ ਡਾਇਨਾਮਿਕ ਪ੍ਰੋਗਰਾਮਿੰਗ ਦਾ ਕਨਸੈਪਟ ਜਿਹੜਾ ਉਹਦੇ ਵਿੱਚ ਲੱਗਦਾ ਹੈ। ਸਟ੍ਰਿੰਗ ਐਡੀਸ਼ਨ ਹੋਵੇ, ਸਟ੍ਰਿੰਗ ਐਡੀਟਿੰਗ ਦਾ ਕਨਸੈਪਟ ਹੈ, ਪੈਕੇਜਿੰਗ ਹੈ, ਇਨਵੈਂਟਰੀ ਮੈਨੇਜਮੈਂਟ ਹੈ, ਟਰੈਵਲਿੰਗ ਸੇਲਜ਼ਮੈਨ ਪ੍ਰੋਬਲਮ ਹੈ, ਸ਼ਾਰਟੈਸਟ ਪਾਥ ਪ੍ਰੋਬਲਮ ਹੈ। ਸੋ ਬਹੁਤ ਸਾਰੀਆਂ ਪ੍ਰੋਬਲਮ ਨੇ ਜਿਹਦੇ ਵਿੱਚ ਡਾਇਨਾਮਿਕ ਪ੍ਰੋਗਰਾਮਿੰਗ ਦੇ ਐਲਗੋਰਿਦਮ ਨੂੰ ਆਪਾਂ ਯੂਜ਼ ਕਰਦੇ ਹਾਂ। So problem that can be solved by dynamic programming satisfy the principle of optimality। ਇਹ ਬਹੁਤ ਇੰਪੋਰਟੈਂਟ ਪ੍ਰਿੰਸੀਪਲ ਹੈ ਜਿਹਦੇ ਬੇਸ ਤੇ ਡਾਇਨਾਮਿਕ ਪ੍ਰੋਗਰਾਮਿੰਗ ਚੱਲਦੀ ਹੈ। ਸੋ ਪ੍ਰਿੰਸੀਪਲ ਆਫ ਆਪਟੀਮੈਲਿਟੀ, ਇਹਦੇ ਬਾਰੇ ਆਪਾਂ ਨੈਕਸਟ ਸਲਾਈਡ ਦੇ ਵਿੱਚ ਦੇਖਾਂਗੇ ਕਿ ਵਾਟ ਇਜ਼ ਪ੍ਰਿੰਸੀਪਲ ਆਫ ਆਪਟੀਮੈਲਿਟੀ। ਬਟ ਉਸ ਤੋਂ ਪਹਿਲਾਂ ਆਪਾਂ ਸਟੈਪਸ ਦੇਖਦੇ ਹਾਂ ਡਾਇਨਾਮਿਕ ਪ੍ਰੋਗਰਾਮਿੰਗ ਦੇ, ਜਿਹਦੇ ਵਿੱਚ ਕਰਦੇ ਕਿਵੇਂ ਆ। ਸੋ ਡਾਇਨਾਮਿਕ ਪ੍ਰੋਗਰਾਮਿੰਗ ਐਮਪਲੋਇਜ਼ ਦਾ ਸਟੈਪਸ। ਪਹਿਲਾ ਸਟੈਪ ਹੋਏਗਾ ਕਿ given the problem it is divided into a number of sub problem। ਪਹਿਲਾ ਕੰਮ ਕੀ ਹੈ ਕਿ ਆਪਾਂ ਪ੍ਰੋਬਲਮ ਨੂੰ ਡਿਵਾਈਡ ਕਰ ਲੈਣਾ ਹੈ। so we have to divide the problem into a number of sub problem which is similar to divide and conquer technique। divide and conquer ਦੇ ਵਿੱਚ ਵੀ ਆਪਾਂ ਇਹੀ ਕੰਮ ਕਰਦੇ ਹਾਂ, but the difference between the divide and conquer and dynamic programming is that the sub problems are independent of each other in divide and conquer technique, but in a dynamic programming case there are overlapping sub problems। so this is the main concept, main key point ਜਿਹਦੇ ਕਰਕੇ ਕਿ dynamic programming divide and conquer ਤੋਂ separate ਹੋ ਜਾਂਦੀ ਹੈ। so
ओवरलैपिंग ਜਿਹੜੀਆਂ ਆਪਾਂ ਸਬ ਪ੍ਰੋਬਲਮ ਬਣਾਵਾਂਗੇ ਉਹ ਓਵਰਲੈਪਿੰਗ ਹੋਣਗੀਆਂ ਦੈਨ to avoid step 2 ਦੇ ਵਿੱਚ ਆਪਾਂ ਨੇ ਕੀ ਕਰਨਾ to avoid the repeated computation because our problems are overlapping that means same problem ਨੂੰ ਆਪਾਂ ਬਾਰ-ਬਾਰ ਸੋਲਵ ਕਰਨ ਦੀ ਕੋਸ਼ਿਸ਼ ਕਰਦੇ ਹਾਂ ਸੇਮ ਸਬ ਪ੍ਰੋਬਲਮ ਨੂੰ ਤਾਂ that means ਸਬ ਪ੍ਰੋਬਲਮ ਜਿਹੜੀ ਹੈ ਰਿਪੀਟ ਹੈ so instead of repeated computation ਜੇ ਆਪਾਂ divide and conquer ਵਾਲਾ ਮੈਥਡ ਯੂਜ਼ ਕਰਾਂਗੇ ਤਾਂ ਆਪਣੀ ਕੰਪਿਊਟੇਸ਼ਨ ਰਿਪੀਟਡ ਹੋਏਗੀ ਬਟ ਜੇ ਆਪਾਂ ਓਵਰਲੈਪਿੰਗ ਆਪਣੀਆਂ ਪ੍ਰੋਬਲਮਸ ਓਵਰਲੈਪਿੰਗ ਹੈਗੀਆਂ ਨੇ then to avoid the repeated computation ਆਪਾਂ ਕੀ ਕਰ ਸਕਦੇ ਹਾਂ we can create a table ਆਪਾਂ ਇੱਕ ਟੇਬਲ ਬਣਾ ਸਕਦੇ ਹਾਂ so whenever a sub problem is solved ਜਦੋਂ ਵੀ ਕੋਈ ਸੋਲਵ ਹੋ ਜਾਏਗੀ then its solution is stored in the table ਤਾਂ ਇਹਦਾ ਸੋਲੂਸ਼ਨ ਜਿਹੜਾ ਹੈ ਆਪਾਂ ਟੇਬਲ ਦੇ ਵਿੱਚ ਸਟੋਰ ਕਰ ਲਾਂਗੇ ਸੋ ਕਿਉਂ ਕਰ ਲਾਂਗੇ ਸਟੋਰ ਉਹਦਾ ਕੀ ਬੈਨੀਫਿਟ ਹੋ ਜਾਏਗਾ ਕਿ ਇਨ ਫਿਊਚਰ ਜਦੋਂ ਵੀ ਆਪਾਂ ਨੂੰ ਉਹ ਵਾਲੀ ਸੇਮ ਸਬ ਪ੍ਰੋਬਲਮ ਦੁਬਾਰਾ ਆਏਗੀ ਤਾਂ ਆਪਾਂ ਇਹਦਾ ਸੋਲੂਸ਼ਨ ਜਿਹੜਾ ਕਿ ਆਪਾਂ ਆਲਰੇਡੀ ਟੇਬਲ ਦੇ ਵਿੱਚ ਸਟੋਰ ਕੀਤਾ ਹੋਇਆ ਸੀ ਉਹਨੂੰ ਰੀਯੂਜ਼ ਕਰਾਂਗੇ ਇੰਸਟੈਡ ਆਫ ਰਿਪੀਟਡ ਕੰਪਿਊਟੇਸ਼ਨ ਆਪਾਂ ਰਿਪੀਟਡ ਕੰਪਿਊਟੇਸ਼ਨ ਨਹੀਂ ਕਰਨੀ instead of repeated computation we will reuse the existing solution so then the solution are combined finally to solve the overall problem ਜਿੰਨੇ ਵੀ ਆਪਣੇ ਸਬ ਪ੍ਰੋਬਲਮ ਦੇ ਸੋਲੂਸ਼ਨ ਸੀ ਉਹਨਾਂ ਸਾਰਿਆਂ ਨੂੰ ਕੰਬਾਈਨ ਕਰਕੇ ਆਪਾਂ at the end ਆਪਣੀ ਮੇਨ ਪ੍ਰੋਬਲਮ ਜਿਹੜੀ ਹੈ ਉਹਦਾ ਸੋਲੂਸ਼ਨ ਫਾਈਂਡ ਆਊਟ ਕਰਾਂਗੇ ਸੋ ਦਿਸ ਇਜ਼ 2 ਸਟੈਪ ਪ੍ਰੋਸੈਸ ਪਹਿਲੇ ਸਟੈਪ ਦੇ ਵਿੱਚ ਆਪਾਂ ਪ੍ਰੋਬਲਮ ਨੂੰ ਸਬ ਪ੍ਰੋਬਲਮ ਦੇ ਵਿੱਚ ਡਿਵਾਈਡ ਕਰਨਾ ਹੈ ਉਹ ਇਸ ਤਰ੍ਹਾਂ ਡਿਵਾਈਡ ਕਰਨਾ ਹੈ ਕਿ ਆਪਣੀਆਂ ਸਾਡੀਆਂ ਸਬ ਪ੍ਰੋਬਲਮਸ ਹੈ ਉਹ ਓਵਰਲੈਪਿੰਗ ਹੋਣਗੀਆਂ ਸੋ ਜਦੋਂ ਓਵਰਲੈਪਿੰਗ ਹੋਣਗੀਆਂ ਤਾਂ ਇੱਕ ਵਾਰੀ ਜਦੋਂ ਪ੍ਰੋਬਲਮ ਆਪਾਂ ਇੱਕ ਸਬ ਪ੍ਰੋਬਲਮ ਨੂੰ ਸੋਲਵ ਕੀਤਾ ਐਟ that time we will store the solution into a table and thereafter whenever we again find that sub problem we will replace the solution from the table we will reuse the solution that is already stored in the table to avoid the recomputation so that's how dynamic programming works बड़ा सिंपल ਜਿਹਾ concept ਹੈ ਇਹਦੇ ਵਿੱਚ so again concept ਕੀ ਹੈ ਆਪਾਂ memory ਨੂੰ increase ਕੀਤਾ because to store values into a table we need extra memory so we are increasing the memory ਨੂੰ ਵਧਾ ਕੇ ਆਪਾਂ ਕੀ ਕਰ ਰਹੇ ਹਾਂ we are decreasing the time so again time space complexity ਜਿਵੇਂ ਕਿ ਆਪਾਂ ਸਟਾਰਟਿੰਗ ਦੇ ਵਿੱਚ ਵੀ ਗੱਲ ਕੀਤੀ ਸੀ ਕਿ ਦੋਨੋਂ ਇੱਕ ਦੂਸਰੇ ਦੇ ਉਲਟਾ ਹੈ ਜੇ ਆਪਾਂ ਮੈਮਰੀ ਵਧਾਉਂਦੇ ਆ ਤਾਂ ਆਪਾਂ ਨੂੰ ਟਾਈਮ ਘਟੇਗਾ ਜੇ ਆਪਾਂ ਮੈਮਰੀ ਘਟਾਉਂਦੇ ਆ ਤਾਂ ਆਪਣਾ ਟਾਈਮ ਵਧੇਗਾ ਸੋ ਐਜ਼ ਏ ਪ੍ਰੋਗਰਾਮਰ ਵੈਸੇ ਤਾਂ ਆਪਣੀ ਡਿਊਟੀ ਇਹ ਹੈ ਕਿ ਆਪਾਂ ਨੇ ਦੋਨਾਂ ਦੇ ਵਿੱਚ ਬੈਲੈਂਸ ਫਾਈਂਡ ਆਊਟ ਕਰਨਾ ਹੈ ਕਿ ਮੈਮਰੀ ਇੰਨੀ ਵੀ ਨਾ ਵਧਾ ਦਿੱਤੀ ਜਾਵੇ ਕਿ ਸਾਰੀ ਮੈਮਰੀ ਹੀ ਕੰਜ਼ਿਊਮ ਹੋ ਜੇ ਤੇ ਟਾਈਮ ਇੰਨਾ ਵੀ ਸਲੋ ਜਿਹੜੀ ਆਪਣੀ ਕੰਪਲੈਕਸਿਟੀ ਆ ਉਹਨੂੰ ਆਪਾਂ ਕੋਸ਼ਿਸ਼ ਇਹੀ ਕਰਨੀ ਹੈ ਕਿ ਜਿੰਨਾ ਮੈਕਸਿਮਮ ਮਿਨੀਮਮ ਟੂ ਮਿਨੀਮਮ ਟਾਈਮ ਲੱਗੇ ਐਗਜ਼ੀਕਿਊਸ਼ਨ ਵਾਸਤੇ ਆਪਾਂ ਉਹਨੂੰ ਲੈ ਕੇ ਆਉਣ ਦੀ ਜਾਂ ਅਚੀਵ ਕਰਨ ਦੀ ਕੋਸ਼ਿਸ਼ ਕਰੀਏ ਸੋ ਡਾਇਨਾਮਿਕ ਪ੍ਰੋਗਰਾਮਿੰਗ ਦੇ ਵਿੱਚ ਹਾਲਾਂਕਿ ਪ੍ਰੋਬਲਮ ਜਿਹੜੀ ਆਪਾਂ ਸੋਲਵ ਕਰਦੇ ਹਾਂ that require a lot of time ਬਟ ਉਹ ਟਾਈਮ ਨੂੰ ਹੀ ਆਪਾਂ ਰਿਡਿਊਸ ਕਰ ਰਹੇ ਹਾਂ ਬਾਈ ਇਨਕਰੀਜ਼ਿੰਗ ਦਾ ਮੈਮਰੀ ਸੋ ਉਹ ਜਿਹੜੀਆਂ ਇਟ ਇਜ਼ ਐਕਸਪੋਨੈਂਸ਼ੀਅਲ ਜਨਰਲੀ ਆਪਾਂ ਕੱਲ ਵੀ ਗੱਲ ਕੀਤੀ ਸੀ ਸੋ ਜਿੰਨੇ ਵੀ ਡਾਇਨਾਮਿਕ ਐਲਗੋਰਿਦਮ ਹੈਗੇ ਨੇ ਥੀਸ ਆਰ ਐਕਸਪੋਨੈਂਸ਼ੀਅਲ ਇਨ ਨੇਚਰ ਉਹਨਾਂ ਦੀ ਜਿਹੜੀ ਟਾਈਮ ਕੰਪਲੈਕਸਿਟੀ ਹੈ ਉਹ ਐਕਸਪੋਨੈਂਸ਼ੀਅਲ ਹੈ ਸੋ ਐਕਸਪੋਨੈਂਸ਼ੀਅਲ ਟਾਈਮ ਜਿਹੜਾ ਹੈ ਬਹੁਤ ਜ਼ਿਆਦਾ ਵਰਸਟ ਟਾਈਮ ਹੁੰਦਾ ਹੈ ਔਰ ਆਪਾਂ ਉਸ ਟਾਈਮ ਨੂੰ ਥੋੜਾ ਜਿਹਾ ਰਿਡਿਊਸ ਕਰ ਲੈਂਦੇ ਹਾਂ ਬਾਈ ਯੂਜ਼ਿੰਗ ਸਮ ਐਕਸਟਰਾ ਮੈਮਰੀ ਪ੍ਰਿੰਸੀਪਲ ਆਫ ਆਪਟੀਮੈਲਿਟੀ ਮੀਨਸ Okay, suppose that in solving a problem we have to make a sequence of decision कि पहला first decision लिया then second decision लिया then third decision लिया then fourth decision and finally we have nth decision so ਇੱਕ ਪ੍ਰੋਬਲਮ ਨੂੰ ਸੋਲਵ ਕਰਨ ਲਈ ਆਪਾਂ ਨੂੰ ਹਰ ਸਟੈਪ ਤੇ ਡਿਸੀਜਨ ਲੈਣਾ ਪੈਂਦਾ ਫੋਰ ਐਗਜ਼ਾਮਪਲ ਜਦੋਂ ਆਪਾਂ ਸ਼ਾਰਟੈਸਟ ਪਾਥ ਫਾਈਂਡ ਆਊਟ ਕਰਨਾ ਹੈ ਤਾਂ ਜਿਸ ਨੋਡ ਦੇ ਉੱਪਰ ਆਪਾਂ ਖੜੇ ਆ ਉਸ ਨੋਡ ਤੋਂ ਆਪਾਂ A ਨੋਡ ਤੇ ਜਾਣਾ ਹੈ ਜਾਂ B ਨੋਡ ਤੇ ਜਾਣਾ ਹੈ ਜਾਂ C ਨੋਡ ਤੇ ਜਾਣਾ ਹੈ ਉਹ that is first decision ਜਦੋਂ A ਜਾਂ B ਨੋਡ ਤੇ ਪਹੁੰਚ ਗਏ ਤਾਂ B ਨੋਡ ਤੋਂ ਆਪਾਂ ਅੱਗੇ F ਨੋਡ ਤੇ ਜਾਣਾ ਜਾਂ G ਨੋਡ ਤੇ ਜਾਣਾ ਜਾਂ K ਨੋਡ ਤੇ ਜਾਣਾ ਅਗੇਨ that is second decision ਸੋ ਹਰ ਸਟੈਪ ਦੇ ਵਿੱਚ ਆਪਾਂ ਇੱਕ ਡਿਸੀਜਨ ਲੈਣੇ ਆ ਤਾਂ ਸਪੋਜ਼ ਆਪਾਂ ਕਿਸੇ ਪ੍ਰੋਬਲਮ ਨੂੰ ਸੋਲਵ ਕਰ ਰਹੇ ਸੀ ਤੇ ਆਪਣੇ ਕੋਲ ਜਿਹੜੇ ਡਿਸੀਜਨ ਹੈਗੇ ਨੇ that is D1 D2 up to Dn-1 if this sequence is optimal ਕਿਉਂਕਿ ਆਪਾਂ optimal solution find out ਕਰਨਾ ਹੈ ਤਾਂ ਜੇ ਆਪਾਂ ਨੂੰ ਇੱਕ ਸੋਰਸ ਤੋਂ ਡੈਸਟੀਨੇਸ਼ਨ ਤੱਕ ਪਹੁੰਚਣ ਲਈ n ਡਿਸੀਜਨ ਲੈਣੇ ਪਏ ਤੇ ਆਪਾਂ ਇਹ ਕਹਿੰਦੇ ਆ ਕਿ ਜਿਹੜੀ ਆਪਾਂ ਸੀਕੁਐਂਸ ਡਿਸੀਜਨ ਦੀ ਸੀਕੁਐਂਸ ਫੋਲੋ ਕੀਤੀ ਹੈ ਕਿ ਫਰਸਟ ਡਿਸੀਜਨ ਫੋਲੋਡ ਬਾਈ ਸੈਕੰਡ ਡਿਸੀਜਨ ਫੋਲੋਡ ਬਾਈ ਥਰਡ ਡਿਸੀਜਨ ਦਿਸ ਸੀਕੁਐਂਸ ਇਜ਼ ਆਪਟੀਮਲ ਜੇ ਇਹ ਸੀਕੁਐਂਸ ਆਪਟੀਮਲ ਹੋਏਗੀ
then any partial solution embedded in it, ਤਾਂ ਜਿਹੜਾ ਵੀ ਇਹਦੇ ਅੰਦਰ ਕੋਈ partial solution ਹੋਏਗਾ ਉਹ ਵੀ optimal solution ਹੋਣਾ ਚਾਹੀਦਾ ਹੈ। ਫੋਰ ਐਗਜ਼ਾਮਪਲ ਜੇ ਮੈਂ ਡਿਸੀਜ਼ਨ 1 ਤੋਂ ਲੈ ਕੇ ਡਿਸੀਜ਼ਨ n ਤੱਕ n ਡਿਸੀਜ਼ਨ ਲਏ, ਤਾਂ ਜੇ ਮੈਂ ਕਹਾਂ ਕਿ ਮੈਂ ਸੈਕਿੰਡ ਤੋਂ ਲੈ ਕੇ ਡਿਸੀਜ਼ਨ ਸੈਕਿੰਡ ਤੋਂ ਲੈ ਕੇ ਡਿਸੀਜ਼ਨ 4th ਤੱਕ ਦੇ ਜਿਹੜੇ ਡਿਸੀਜ਼ਨ ਸੀਗੇ D1 D2 D3 ਐਂਡ D4, ਜਿਹੜੇ ਇਹ ਤਿੰਨ ਡਿਸੀਜ਼ਨ ਸੀ ਇਹ ਵੀ optimal ਸੀ। ਜਾਂ ਜੇ ਮੈਂ ਕਹਾਂ ਕਿ D4 D5 D6 D7 ਜਿਹੜੇ ਇਹ ਚਾਰ ਡਿਸੀਜ਼ਨ ਸੀ ਉਹ ਵੀ optimal ਸੀ। ਜਾਂ ਜੇ ਮੈਂ ਕਹਾਂ ਕਿ D1 ਤੋਂ ਲੈ ਕੇ D7 ਤੱਕ ਜਿੰਨੇ ਵੀ ਡਿਸੀਜ਼ਨ ਲਏ ਉਹ ਸਾਰੇ optimal ਸੀ। ਸੋ optimality ਦਾ ਪ੍ਰਿੰਸੀਪਲ ਦਾ ਸਿਧਾਂਤ ਕੀ ਕਹਿ ਰਿਹਾ ਹੈ ਕਿ ਜੇ ਕਿਸੇ ਪ੍ਰੋਬਲਮ ਨੂੰ ਸੋਲਵ ਕਰਨ ਲਈ ਆਪਾਂ ਨੂੰ n ਡਿਸੀਜ਼ਨ ਲੈਣੇ ਪੈ ਰਹੇ ਨੇ ਤੇ ਜੇ ਉਹ n ਡਿਸੀਜ਼ਨ optimal ਨੇ ਤਾਂ ਇਹਦਾ ਮਤਲਬ ਕੀ ਹੈ ਕਿ ਉਸ ਤੋਂ ਪਿਛਲੇ ਜਿੰਨੇ ਵੀ ਸਬ ਡਿਸੀਜ਼ਨ ਆਪਾਂ ਲਏ ਨੇ ਉਹ ਸਾਰੇ ਵੀ optimal ਹੋਣਗੇ। ਸੋ ਇਨ ਕੇਸ ਆਫ shortest path problem, this means कि जे मेरे को v node v1 up to vk is the shortest path from v node to vk, v node vertices तो vk vertices तक जो मेरा shortest path है that is a sequence of v node v1 up to vk, then for any pair ij जिथे i और j ਦੀ वैल्यू 0 और k ਦੇ ਵਿਚਕਾਰ ਹੋਏਗੀ, the path between vi to vj is the shortest path from vi to vj। ठीक, so this is again the same thing कि ਜਦੋਂ ਮੇਰੇ ਕੋਲ ਇੱਕ ਗ੍ਰਾਫ ਹੈ, ਠੀਕ ਹੈ, ਉਸ ਗ੍ਰਾਫ ਦੇ ਵਿੱਚ ਮੇਰਾ ਜਿਹੜਾ ਪਾਥ ਇਦਾਂ ਚੱਲ ਕੇ ਆ ਰਿਹਾ ਹੈ, this is my v node and this is my vk। so ਜੇ v node ਤੋਂ vk ਦਾ ਜਿਹੜਾ ਪਾਥ ਹੈ that is optimal if it is shortest path from v node to vk, ਇਹਦਾ ਕੀ ਮਤਲਬ ਹੋਏਗਾ ਕਿ v node ਤੋਂ v1 ਤੱਕ, v node ਤੋਂ v2 ਤੱਕ, v node ਤੋਂ v2 ਤੋਂ v3 ਤੱਕ ਤੇ v3 ਤੋਂ vk ਤੱਕ ਦੇ ਵਿੱਚੋਂ ਕੋਈ ਵੀ ਮੈਂ ਕਿਸੇ ਵੀ ਸਬ ਪਾਥ ਨੂੰ ਲੈ ਲਵਾਂ ਉਹ ਸਬ ਪਾਥ optimal ਹੀ ਹੋਏਗਾ। ਇਹਦਾ ਮਤਲਬ ਕੀ ਹੋ ਗਿਆ ਕਿ ਭਾਵੇਂ ਮੈਂ v node v1 v2 ਇਹ ਚੈੱਕ ਕਰ ਲਾਂ, that means v node v1 v2 और v1 v2 v3 और v1 v2 v3 v4 और जिन्ने भी विचले पाथ ने, so if I select any of the sub path, that sub path will be the shortest path, only then we can say that the path from v node to vk is the shortest path, or we can say that if i1 i2 up to j is the shortest path from i to j, then that means i1 तो लेके j तक का जो पाथ होएगा वो भी शॉर्टेस्ट पाथ होएगा। तो दैट इज द प्रिंसिपल ऑफ ऑप्टिमैलिटी कि जेड़े सब पाथ हैगे ने जे वो ऑप्टिमल है ताई पूरा पाथ जेड़ा है वो ऑप्टिमल होएगा। प्रिंसिपल ऑफ ऑप्टिमैलिटी का सिंपल जैसे सिद्धांत की हो गया कि जे मेरे सब पाथ सब प्रॉब्लम्स ऑप्टिमल हैगियां ने ताई मेरा पूरा सोल्यूशन ऑप्टिमल होएगा। So that is the in the simple term principle of optimality। तो इसे ते बेस्ड है अपना डायनामिक प्रोग्रामिंग का कंसेप्ट। ਹੁਣ ਆਪਾਂ ਡਾਇਨਾਮਿਕ ਮੈਥਡ ਔਰ ਗ੍ਰੀਡੀ ਮੈਥਡ ਦੇ ਦੋ ਕੰਪੈਰੀਜ਼ਨ ਕਰਕੇ ਦੇਖਦੇ ਹਾਂ। ਇਨ ਗ੍ਰੀਡੀ ਮੈਥਡ ਆਪਾਂ ਕਰਦੇ ਕੀ ਆ, ਆਵਰ ਡਿਸੀਜਨ ਇਜ਼ ਲੋਕਲੀ ਆਪਟੀਮਲ। ਲੋਕਲੀ ਆਪਟੀਮਲ ਦਾ ਮਤਲਬ ਕੀ ਹੈ ਕਿ ਜਿੱਥੇ ਆਪਾਂ ਖੜੇ ਆ ਆਪਾਂ ਆਪਣੀ ਕਰੰਟ ਸਿਚੁਏਸ਼ਨ ਨੂੰ, ਕਰੰਟ ਪੋਜੀਸ਼ਨ ਨੂੰ ਚੈੱਕ ਕਰਦੇ ਆ ਕਿ ਇਸ ਮੌਕੇ ਤੇ ਮੇਰੀ ਸਭ ਤੋਂ ਬੈਸਟ ਅਪਰੋਚ ਕੀ ਰਹੇਗੀ। दैट इज लोकली ऑप्टिमल। ਆਪਾਂ ਗਲੋਬਲੀ ਨਹੀਂ ਚੈੱਕ ਕਰਦੇ, ਆਪਾਂ ਪੂਰੇ ਗ੍ਰਾਫ ਦੇ ਕੰਟੈਕਸਟ ਦੇ ਵਿੱਚ ਨਹੀਂ ਗੱਲ ਕਰਦੇ, ਆਪਾਂ ਸਿਰਫ ਉਸ ਕਰੰਟ ਨੋਡ ਦੇ ਕੰਟੈਕਸਟ 'ਚ ਗੱਲ ਕਰਦੇ ਆ ਕਿ ਜੇ ਮੈਂ ਇੱਥੇ ਖੜਾ ਆ ਤਾਂ ਇਸ ਪੁਆਇੰਟ ਤੇ ਬੈਸਟ ਪੋਸੀਬਲ ਕੀ ਹੋਏਗਾ ਮੇਰਾ। ਭਾਵੇਂ ਉਹ ਬੈਸਟ ਪੋਸੀਬਲ ਚੂਜ਼ ਕਰਕੇ ਅੱਗੇ ਜਾ ਕੇ ਮੈਨੂੰ ਨੁਕਸਾਨ ਹੀ ਹੋ ਜਾਵੇ, ਕਿਉਂਕਿ ਮੈਂ ਦੂਰ ਦਾ ਨਹੀਂ ਸੋਚਿਆ, ਮੈਂ ਅੱਗੇ ਦਾ ਨਹੀਂ ਸੋਚਿਆ, ਮੈਂ ਸਿਰਫ ਹੁਣ ਦਾ ਸੋਚਿਆ। दैट इज ग्रीडी मैथड कि ग्रीडी दे नाल की हुंदा है कि आपां लोकल ऑप्टिमाइज करते हैं, आपां ग्लोबल ऑप्टिमाइज नहीं करते। तो दीज लोकल ऑप्टिमल सॉल्यूशंस विल फाइनली एड अप टू द ग्लोबल ऑप्टिमल सॉल्यूशन। कई बारी की हुंदा है कि आपां हर स्टेप ते जिहड़ा लोकल ऑप्टिमाइजेशन कीती है वो जुड़दी अल्टीमेटली ऑटोमैटिकली ग्लोबली भी ऑप्टिमाइज हो जाता है। पर यह जरूरी नहीं कि हर बारी होवे। जिवें कि ਇਹਦੇ ਵਿੱਚ ਸ਼ਾਰਟੈਸਟ ਪਾਥ ਵਾਲੀ ਪ੍ਰੋਬਲਮ ਦੇ ਵਿੱਚ ਜੇ ਮੈਂ ਵੀ ਨੋਡ ਸਟਾਰਟਿੰਗ ਤੋਂ ਐਂਡ ਤੱਕ ਜਾਣਾ ਹੈ ਗ੍ਰੀਡੀ ਮੈਥਡ ਦੇ ਨਾਲ ਤਾਂ ਆਪਾਂ ਕੀ ਕਰਾਂਗੇ, ਜਦੋਂ ਮੈਂ ਐਸ ਤੇ ਖੜੇ ਆਪਾਂ ਤਾਂ ਐਸ ਨੋਡ ਤੋਂ ਏ ਨੋਡ ਤੱਕ ਜਾਣਾ ਹੈ ਤਾਂ ਮੇਰੇ ਕੋਲ 3 ਪਾਥ ਹੈ, ਤਾਂ ਮੈਂ ਗ੍ਰੀਡੀ ਮੈਥਡ ਦੇ ਹਿਸਾਬ ਨਾਲ ਕਿਹੜਾ ਪਾਥ ਸਿਲੈਕਟ ਕਰਾਂਗਾ ਐਜ਼ ਪਰ ਯੂਅਰ ਅੰਡਰਸਟੈਂਡਿੰਗ।
फटाफट बोल दियो। फ्रॉम S to A जाना है, एक पाथ की लेंथ 3 है, दूसरे की 5 है, तीसरे की 1 है, तो आपां तिन्ना चो केड़ा सिलेक्ट करांगे? 1 वाला, ठीक है ना। तो बिकॉज ग्रीडी एल्गोरिथम है, आप सब तो शॉर्टेस्ट पाथ, तो मैं इत्थे ये खड़ के देखिया कि सब तो छोटा पाथ जिहड़ा है 1 नंबर वाला पाथ है, तो मैं इत्थे ए ते पहुंच गया। हुण ए तो बी तक जाना है, अगेन मेरे को 3 पाथ हैगे ने, एक दा डिस्टेंस 2 है, एक दी कॉस्ट 4 है, एक दा डिस्टेंस 6 है, तो मैं इन्हां तिन्नां चों किहड़ा सिलेक्ट करांगा? अगेन अकॉर्डिंग टू ग्रीडी मैथड सब तो शॉर्टेस्ट पाथ जिहड़ा इत्थों इस पॉइंट ते मेरा सब तो शॉर्टेस्ट पाथ है वो है ए तो बी तक जाने वाला, दैट इज पाथ नंबर फर्स्ट पाथ जिहदे कोस्ट हैगी है 2। सो मेरे को टोटल पाथ की लेंथ कितनी होगी? 1 + 2 दैट इज 3। हुण मैं बी नोड ते पहुंच गया, बी नोड तो मैं टी नोड ते पहुंचना है, तो सब तो शॉर्टेस्ट पाथ हुण बी ते खड़ के मैनू सब तो शॉर्टेस्ट किहड़ा दिख रहा है? ए वाला। सो बी तो लैके टी तक जिहदी कॉस्ट जिहड़ी है वो 5 है। सो इस तरह करते करते मेरे को जिहड़ा पाथ आया सीगा वो बन गया 1 + 2 + 5, टोटल मेरे को पाथ जिहड़ी निकल के आ रही है दैट इज 8। ते जे तुसीं ध्यान नाल देखोगे, दिस इज द ग्लोबल ऑप्टिमल पाथ आल्सो। आप लोकली ऑप्टिमाइज करते करते ग्लोबल ऑप्टिमाइजेशन ते पहुंच गए। ग्लोबल मतलब कि हुण जे मैं सारे ग्राफ दे विच देखा तो यही एक पाथ है जिहड़ा सब तो छोटा है, ते मैं ग्रीडी एल्गोरिथम दे नाल यही पाथ फाइंड आउट कीता। सो कई वारी की हुंदा है कि जो आप लोकली ऑप्टिमाइज करते हैं चीज़ों को, तो वो ऑटोमैटिकली ग्लोबली भी ऑप्टिमाइज हो जांदियां ने, पर जरूरी नहीं कि ये सारा कुछ हमेशा हुंदा होवे। तो इस केस दे विच हो गया, पर जे तुसीं हुण देखोगे इस ग्राफ दे विच, तां इस ग्राफ दे विच शॉर्टेस्ट पाथ कढना आपां ने फ्रॉम S to T। तां मैनू दसो कि किहड़ा शॉर्टेस्ट पाथ है इत्थे? शॉर्टेस्ट पाथ इत्थे किहड़ा है? इस देखो पाथ कड्ढण वास्ते ਆਪਾਂ बहुत सारे सॉल्यूशन देख सकते हैं कि ਆਪਾਂ ने S ਤੋਂ T तक जाना है, तो मेरे को ब्रूट फोर्स एल्गोरिथम भी है, मेरे को डिजकस्ट्रा एल्गोरिथम भी है। ब्रूट फोर्स ਦੇ ਵਿੱਚ मैं की करांगा? मैं जिन्ने भी पॉसिबल पाथ हैगे ने, ਆਲ ਦਾ ਪੋਸੀਬਲ ਪਾਥ ਉਹ ਸਾਰੇ ਫਾਈਂਡ ਆਊਟ ਕਰਾਂਗੇ, ਫਿਰ ਉਹਨਾਂ ਦੇ ਵਿੱਚੋਂ ਮਿਨੀਮਮ ਵਾਲਾ ਫਾਈਂਡ ਆਊਟ ਕਰਾਂਗੇ, ਤੇ दैट इज द ਜਿਹੜਾ ਸੋਲੂਸ਼ਨ ਜਿਹੜਾ ਕਿ ਆਪਾਂ ਲੱਭਣਾ ਚਾਹ ਰਹੇ ਸੀਗੇ, ਠੀਕ ਹੈ। ਬਟ दैट इज द वर्स्ट पॉसिबल स्ट्रैटेजी। वर्स्ट पॉसिबल क्यों है? कि सब तो ज्यादा टाइम कंज्यूम करेगी, क्योंकि ਆਪਾਂ जिन्ने भी पॉसिबल पाथ हैगे ने वो सारे फाइंड आउट करने हैं, एंड दिस इज द वर्स्ट पॉसिबल स्ट्रैटेजी कि जिन्ने भी, और उन्होंने टाइम बहुत लग सकता है जे अपने को नंबर ऑफ नोड जो जो इनक्रीज होणगियां, अपने नंबर ऑफ पॉसिबल पाथ जिहड़े ने एक्सपोनेंशियली इनक्रीज होणगे, ਤਾਂ ਉਸ ਦੇ ਹਿਸਾਬ ਨਾਲ ਟਾਈਮ ਵੀ ਐਕਸਪੋਨੈਂਸ਼ੀਅਲੀ ਇਨਕਰੀਜ਼ ਹੋਏਗਾ। ਸੋ ਦਿਸ ਇਜ਼ ਦ ਵਰਸਟ ਪੋਸੀਬਲ ਪ੍ਰੋਪਰਟੀ ਪੋਸੀਬਲ ਮੈਥਡ, but the advantage is that it will always produce the correct result। ਤੁਸੀਂ ਹਮੇਸ਼ਾ ਸਹੀ ਰਿਜ਼ਲਟ ਤੇ ਪਹੁੰਚੋਗੇ, ਤੁਸੀਂ ਗਲਤ ਰਿਜ਼ਲਟ ਤੇ ਨਹੀਂ ਜਾ ਸਕਦੇ ਇਸ ਕੇਸ ਦੇ ਵਿੱਚ, ਠੀਕ। ਸੈਕਿੰਡ ਆਪਸ਼ਨ ਆਪਣੇ ਕੋਲ ਹੈਗੀ ਕਿ ਡਿਜਕਸਟਰਾ ਐਲਗੋਰਿਥਮ, ਆਪਾਂ ਡਿਜਕਸਟਰਾ ਐਲਗੋਰਿਥਮ ਵੀ ਪੜਿਆ ਹੋਇਆ ਹੈ, ਵਿਚ ਇਜ਼ ਆਲਸੋ ਕਾਲਡ ਸਿੰਗਲ ਸੋਰਸ ਸ਼ਾਰਟੈਸਟ ਪਾਥ, ਕੇ ਇੱਕ ਸਿੰਗਲ ਤੋਂ ਸ਼ਾਰਟੈਸਟ ਪਾਥ ਫਾਈਂਡ ਆਊਟ ਕਰਨਾ ਹੈ ਇੱਕ ਸੋਰਸ ਤੋਂ। ਬਟ ਇਹਦੀ डिसएडवांटेज ਕੀ ਹੈ? it will find the shortest path from source to all other node। ਇਹ S ਤੋਂ A ਤੱਕ ਦਾ ਵੀ ਦੱਸੇਗਾ, S ਤੋਂ B ਤੱਕ ਦਾ ਵੀ ਦੱਸੇਗਾ, S ਤੋਂ E ਤੱਕ ਦਾ ਵੀ ਦੱਸੇਗਾ, S ਤੋਂ D ਤੱਕ ਦਾ ਵੀ ਦੱਸੇਗਾ। ਸੋ ਜਿੰਨੇ ਵੀ ਸੋਰਸ ਤੋਂ ਜਿੰਨੀਆਂ ਵੀ ਨੋਡਸ ਹੈਗੀਆਂ ਨੇ ਸਭ ਦਾ ਸ਼ਾਰਟੈਸਟ ਪਾਥ ਫਾਈਂਡ ਆਊਟ ਕਰ ਲੈਂਦਾ ਹੈ। ਐਂਡ ਜਿਹੜਾ ਕਿ ਆਪਾਂ ਨੂੰ ਨਹੀਂ ਸੀ ਚਾਹੀਦਾ, ਆਪਾਂ ਨੂੰ ਚਾਹੀਦਾ ਸੀਗਾ ਕਿ ਸੋਰਸ ਤੋਂ ਟਾਰਗੇਟ ਤੱਕ ਦਾ ਮੈਨੂੰ ਪਾਥ ਦੱਸੋ, ਬਾਕੀ ਦੇ ਪਾਥ ਤੋਂ ਮੈਂ ਕੁਝ ਨਹੀਂ ਲੈਣਾ। आई जस्ट वांट के सोर्स तो टारगेट तक का एक नोड तो दूसरी नोड तक का पाथ चाहिए, मैनू एक नोड तो सारिया नोड का पाथ नहीं चाहिए। सो सारिया नोड का पाथ कैलकुलेट करने विच अगेन इट विल टेक अ लॉट ऑफ टाइम। तीसरा मैथड जो अपना सोच सकते हैं वो हैगा अपना ग्रीडी मैथड। जे आप ग्रीडी मैथड के हिसाब नाल चलीए तो ये देखो ग्रीडी मैथड के हिसाब नाल की पाथ बनता है अपने को। जो आप एस ते खड़े हैं तो आप इत्थे जावांगे, ठीक है। जो आप ए ते आ गए, ए तो शॉर्टेस्ट पाथ किहड़ा बन रहा हुण? ए तो शॉर्टेस्ट पाथ बन रहा है अपने को एक दी लेंथ 4 है तो एक दी लेंथ 11 है, 11 की थां ते आपां 4 वाले नूं सिलेक्ट करांगे। डी ते पहुंच गए, डी तो अपना शॉर्टेस्ट पाथ की बन रहा है? इक्को ही रस्ता है अपने कोल, तो अपनी जिहड़ी पाथ लेंथ होगी 1 + 4 + 18, 18 ते 4 22 ते 1 टोटल होगी 23, ठीक है। बट जे हुण तुसीं ध्यान नाल देखो तो इहदे विच एक पाथ इहो जिहा हैगा है जिहदी पाथ लेंथ कितनी बनदी है? 5 + 2 + 2 कितनी होगी? ये 9,
ठीक। सो ये ਜਿਹੜਾ 9 ਪਾਥ ਲੈਂਥ ਵਾਲਾ ਪਾਥ ਸੀਗਾ ਜਿਹੜਾ ਕਿ ਸਭ ਤੋਂ ਸ਼ਾਰਟੈਸਟ ਪਾਥ ਸੀ ਐਂਡ ਇਟ ਇਜ਼ ਦਾ ਆਪਟੀਮਲ ਪਾਥ ਜਿਹੜਾ ਕਿ ਗ੍ਰੀਡੀ ਐਲਗੋਰਿਦਮ ਨੇ ਨਹੀਂ ਲੱਭਿਆ। ਗ੍ਰੀਡੀ ਐਲਗੋਰਿਦਮ ਜਿਹੜਾ ਪਾਥ ਲੱਭਿਆ ਉਹਦੀ ਪਾਥ ਲੈਂਥ ਨਿਕਲ ਕੇ ਆ ਰਹੀ ਹੈ 23 ਔਰ ਇਹਦੀ ਹੈਗੀ ਹੈ 9। ਤੁਸੀਂ ਦੇਖੋ ਕਿੰਨਾ ਡਿਫਰੈਂਸ ਹੈ। ਸੋ ਦੈਟ ਮੀਨ ਉਹ ਕਿਉਂ ਹੋਇਆ ਕਿਉਂਕਿ ਗ੍ਰੀਡੀ ਮੈਥਡ ਨੇ ਹਰ ਸਟੈਪ ਤੇ ਲੋਕਲੀ ਆਪਟੀਮਾਈਜ਼ ਕੀਤਾ। ਪਹਿਲੇ ਸਟੈਪ ਤੇ ਉਹਨੇ ਦੇਖਿਆ ਕਿ ਆਹ ਸਭ ਤੋਂ ਛੋਟਾ ਰਸਤਾ ਇੱਧਰ ਨੂੰ ਚੱਲਦੇ ਆ, ਭਾਵੇਂ ਅੱਗੇ ਜਿਹੜਾ ਰਸਤਾ ਸੀਗਾ ਉਹ ਬਹੁਤ ਵੱਡਾ ਸੀਗਾ ਪਰ ਉਹਨੂੰ ਉੱਥੇ ਉਹ ਚੀਜ਼ ਨਹੀਂ ਦਿਖੀ। ਆਪਾਂ ਨੂੰ ਫਿਊਚਰ ਦੇ ਵਿੱਚ ਨਹੀਂ ਦਿਖਿਆ ਕਿ ਆਪਣਾ ਵੱਡਾ ਰਸਤਾ ਜਿਹੜਾ ਅੱਗੇ ਆਉਣ ਵਾਲਾ ਹੈ ਤੇ ਆਪਾਂ ਇਸ ਰਸਤੇ 'ਚ ਨਾ ਚੱਲੀਏ। ਠੀਕ। ਸੋ ਆਪਾਂ ਇੱਥੇ ਦੇਖਿਆ ਕਿ ਸਭ ਤੋਂ ਛੋਟਾ ਕਿਹੜਾ ਸੀ, ਆਪਾਂ ਇੱਥੇ ਆ ਗਏ। ਇੱਥੋਂ ਦੇਖਿਆ ਸਭ ਤੋਂ ਛੋਟਾ ਕਿਹੜਾ ਸੀ, ਆਪਾਂ ਇੱਥੇ ਆ ਗਏ। ਅੱਗੇ ਆ ਕੇ ਪਤਾ ਲੱਗਿਆ ਕਿ ਆਪਣਾ ਤਾਂ ਜਿਹੜਾ ਰਸਤਾ ਬਹੁਤ ਹੀ ਲੰਬਾ ਆ ਪਰ ਇੱਥੋਂ ਹੁਣ ਵਾਪਸ ਆਪਾਂ ਨਹੀਂ ਜਾ ਸਕਦੇ ਤਾਂ ਆਪਾਂ ਨੂੰ ਇੱਕੋ ਹੀ ਰਸਤਾ ਹੈ ਉਸੇ ਤੇ ਹੀ ਤੁਰਨਾ ਪਏਗਾ। ਸੋ ਇਸ ਤਰ੍ਹਾਂ ਕਰਕੇ ਗ੍ਰੀਡੀ ਐਲਗੋਰਿਦਮ ਨੇ ਹਰ ਸਟੈਪ ਤੇ ਲੋਕਲੀ ਆਪਟੀਮਾਈਜ਼ ਕੀਤਾ ਜਿਹਦੇ ਕਰਕੇ ਗਲੋਬਲੀ ਓਵਰਆਲ ਜਿਹੜਾ ਉਹਦਾ ਸੋਲੂਸ਼ਨ ਸੀਗਾ ਉਹ ਆਪਟੀਮਾਈਜ਼ ਨਹੀਂ ਸੀ ਬਲਕਿ ਆਪਾਂ ਨੂੰ ਇੱਕ ਨਵੀਂ ਟੈਕਨੀਕ ਚਾਹੀਦੀ ਹੈ, ਕੋਈ ਹੋਰ ਟੈਕਨੀਕ ਚਾਹੀਦੀ ਹੈ ਜਿਹਦੇ ਨਾਲ ਆਪਾਂ ਇਹ ਦੇਖੀਏ ਕਿ ਓਵਰਆਲ ਆਪਟੀਮਾਈਜ਼ੇਸ਼ਨ ਹੋ ਰਹੀ ਹੈ ਕਿ ਨਹੀਂ ਹੋ ਰਹੀ। ਇੱਥੇ ਪ੍ਰਿੰਸੀਪਲ ਆਫ ਆਪਟੀਮੈਲਿਟੀ ਦਾ ਕਨਸੈਪਟ ਆਉਂਦਾ ਆ ਜਿਹੜਾ ਕਿ ਇਹ ਕਹਿੰਦਾ ਕਿ ਜੇ S ਤੋਂ T ਤੱਕ ਜਾਣ ਦਾ ਪਾਥ ਆਪਟੀਮਲ ਹੈ ਤਾਂ ਇਹਦੇ ਵਿੱਚ ਜਿੰਨੇ ਵੀ ਸਬ ਪਾਥ ਬਣਦੇ ਨੇ ਉਹ ਸਾਰੇ ਆਪਟੀਮਲ ਹੋਣੇ ਚਾਹੀਦੇ ਹਨ, ਜਿਹੜੇ ਕਿ ਗ੍ਰੀਡੀ ਕੇਸ ਦੇ ਵਿੱਚ ਨਹੀਂ ਹੋ ਰਹੇ। ਗ੍ਰੀਡੀ ਕੇਸ ਦੇ ਵਿੱਚ ਇਹ ਚੀਜ਼ਾਂ ਨਹੀਂ ਹੋ ਰਹੀਆਂ ਜਦ ਕਿ ਡਾਇਨਾਮਿਕ ਪ੍ਰੋਗਰਾਮਿੰਗ ਦੇ ਕਨਸੈਪਟ ਦੇ ਨਾਲ ਜਦੋਂ ਆਪਾਂ ਇਹਨੂੰ ਸੋਲਵ ਕਰਾਂਗੇ ਤਾਂ ਇਹ ਚੀਜ਼ਾਂ ਹੋਣਗੀਆਂ। ਠੀਕ ਹੈ। ਸੋ ਇਹ ਕਰਕੇ ਆਪਾਂ ਜਿਸ ਕਰਕੇ ਆਪਾਂ ਡਾਇਨਾਮਿਕ ਪ੍ਰੋਗਰਾਮਿੰਗ ਦੇ ਨਾਲ ਇਸ ਪ੍ਰੋਬਲਮ ਨੂੰ ਆਪਾਂ ਸੋਲਵ ਕਰ ਸਕਦੇ ਹਾਂ। ਠੀਕ। ਸੋ ਹੁਣ ਸੋਲਵ ਕਿਵੇਂ ਕਰਨਾ, ਆਪਾਂ ਇੱਕ ਕੇਸ ਸਟੱਡੀ ਲੈ ਕੇ ਚੱਲਾਂਗੇ। ਡਾਇਨਾਮਿਕ ਪ੍ਰੋਗਰਾਮਿੰਗ ਦਾ ਕਨਸੈਪਟ ਜਿਹੜਾ ਹੈ ਬਹੁਤ ਸਾਰੇ ਐਲਗੋਰਿਦਮ ਦੇ ਵਿੱਚ ਲੱਗਦਾ ਹੈ। ਉਹਨਾਂ ਦੇ ਵਿੱਚੋਂ ਇੱਕ ਹੈ ਮਲਟੀ ਸਟੇਜ ਗ੍ਰਾਫ। ਮਲਟੀ ਸਟੇਜ ਗ੍ਰਾਫ ਸਮਝਣ ਲਈ ਪਹਿਲਾਂ ਧਿਆਨ ਨਾਲ ਪਹਿਲਾਂ ਆਪਾਂ ਇਹ ਸਮਝੀਏ ਕਿ ਮਲਟੀ ਸਟੇਜ ਗ੍ਰਾਫ ਹੈਗੀ, ਫਿਰ ਆਪਾਂ ਇਹ ਦੇਖਾਂਗੇ ਕਿ ਉਹਨੂੰ ਸੋਲਵ ਕਿਵੇਂ ਕਰਨਾ। ਠੀਕ। ਸੋ ਮਲਟੀ ਸਟੇਜ ਗ੍ਰਾਫ ਆਪਾਂ ਸਟੈਪ ਬਾय ਸਟੈਪ ਚੱਲਾਂਗੇ। ਇਟ ਇਜ਼ ਜਸਟ ਅ ਗ੍ਰਾਫ, ਜਿਵੇਂ ਬਾਕੀ ਦੇ ਗ੍ਰਾਫ ਨੇ ਉਵੇਂ ਇਹ ਵੀ ਗ੍ਰਾਫ ਹੈ। ਗ੍ਰਾਫ ਦੇ ਵਿੱਚ ਕੀ ਚੀਜ਼ਾਂ ਹੁੰਦੀਆਂ ਨੇ, ਸਿਰਫ ਦੋ ਚੀਜ਼ਾਂ ਨੇ। ਇਟ ਇਜ਼ ਅ ਸੈਟ ਆਫ ਵਰਟਿਸਿਸ ਐਂਡ ਸੈਟ ਆਫ ਐਜਿਸ। ਇਟ ਇਜ਼ ਅ ਡਾਇਰੈਕਟਡ ਵੇਟਡ ਗ੍ਰਾਫ। ਡਾਇਰੈਕਟਡ ਦਾ ਮਤਲਬ ਕੀ ਹੈ ਕਿ ਇਹਦੇ 'ਚ ਹਰ ਪੁਆਇੰਟ ਤੋਂ ਹਰ ਪੁਆਇੰਟ ਤੱਕ, ਹਰ ਨੋਡ ਤੋਂ ਹਰ ਨੋਡ ਤੱਕ ਇੱਕ ਡਾਇਰੈਕਸ਼ਨ ਹੋਏਗੀ। ਵੇਟਡ ਦਾ ਮਤਲਬ ਕੀ ਹੈ ਕਿ ਉਸ ਡਾਇਰੈਕਸ਼ਨ ਦੇ ਵਿੱਚ ਉਹਦੀ ਕਾਸਟ ਵੀ ਲਿਖੀ ਹੋਏਗੀ। ਕਾਸਟ ਕੁਝ ਵੀ ਹੋ ਸਕਦਾ, ਇਟ ਕੈਨ ਬੀ ਟਾਈਮ, ਇਟ ਕੈਨ ਬੀ ਡਿਸਟੈਂਸ ਜਾਂ ਕੋਈ ਹੋਰ ਚੀਜ਼ ਹੋ ਸਕਦੀ ਹੈ। ਸੋ ਮਲਟੀ ਸਟੇਜ ਗ੍ਰਾਫ ਦੇ ਵਿੱਚ ਕੀ ਹੈ, ਇਟ ਇਜ਼ ਅ ਗ੍ਰਾਫ ਵਿਚ ਇਜ਼ ਡਾਇਰੈਕਟਡ ਐਂਡ ਵੇਟਡ in which the vertices are partitioned into k disjoint sets। vertices ਜਿਹੜੇ ਨੇ ਉਹ ਸੈੱਟ ਦੇ ਵਿੱਚ ਵੰਡੀਆਂ ਹੋਈਆਂ ਹਨ। ਕਿੰਨੇ ਸੈੱਟ ਦੇ ਵਿੱਚ? K ਸੈੱਟ ਦੇ ਵਿੱਚ। ਤੇ ਡਿਸਜੁਆਇੰਟ ਦਾ ਮਤਲਬ ਕੀ ਹੈ ਕਿ ਜੇ ਇੱਕ ਵਰਟਿਸਿਸ ਇੱਕ ਸੈੱਟ ਦੇ ਅੰਦਰ ਹੈ ਤਾਂ ਉਹ ਦੂਸਰੇ ਸੈੱਟ ਦੇ ਅੰਦਰ ਨਹੀਂ ਹੋਏਗੀ। ਉਹ ਆਪਸ ਦੇ ਵਿੱਚ ਮਲਟੀਪਲ ਉਹਨਾਂ ਦੇ ਆਪਸ ਦੇ ਵਿੱਚ ਡਿਸਜੁਆਇੰਟ ਹੋਣ ਦਾ ਮਤਲਬ ਕੀ ਹੁੰਦਾ ਹੈ ਕਿ ਜੇ ਮੇਰੇ ਕੋਲ V1 V2 V3 V4 ਚਾਰ ਵਰਟਿਸਿਸ ਹੈਗੀਆਂ ਨੇ ਔਰ ਉਹਨਾਂ ਨੂੰ ਮੈਂ ਦੋ ਸੈੱਟ ਦੇ ਵਿੱਚ ਪਾ ਲਿਆ ਤੇ ਇੱਕ ਪਾਸੇ ਮੈਂ V1 ਤੇ V3 ਰੱਖ ਲਿਆ, ਦੂਸਰੇ ਪਾਸੇ ਮੈਂ V2 ਤੇ V4 ਰੱਖ ਲਿਆ ਤਾਂ ਇਹ ਸਾਰੇ ਡਿਸਜੁਆਇੰਟ ਹੋ ਗਏ। ਡਿਸਜੁਆਇੰਟ ਦਾ ਮਤਲਬ ਕੀ ਹੋ ਗਿਆ ਕਿ ਜੇ V1 ਪਹਿਲੇ ਸੈੱਟ ਦੇ ਵਿੱਚ ਆ ਗਈ ਤਾਂ V1 ਦੂਸਰੇ ਸੈੱਟ ਦੇ ਵਿੱਚ ਨਹੀਂ ਆਏਗੀ। ਜੇ V2 ਦੂਸਰੇ ਸੈੱਟ ਦੇ ਵਿੱਚ ਆ ਗਈ ਤਾਂ V2 ਪਹਿਲੇ ਸੈੱਟ ਦੇ ਵਿੱਚ ਨਹੀਂ ਆਏਗੀ। ਸੋ ਇਸ ਨੂੰ ਆਪਾਂ ਕਹਿੰਦੇ ਡਿਸਜੁਆਇੰਟ ਸੈੱਟ, ਜਿਹਦੇ ਵਿੱਚ ਐਲੀਮੈਂਟਸ ਜਿਹੜੇ ਨੇ ਆਪਸ ਦੇ ਵਿੱਚ ਓਵਰਲੈਪਿੰਗ ਨਹੀਂ ਹੁੰਦੇ। ਸੋ ਮਲਟੀ ਸਟੇਜ ਗ੍ਰਾਫ ਕੀ ਚੀਜ਼ ਹੈ? ਇਟ ਇਜ਼ ਅ ਡਾਇਰੈਕਟਡ ਵੇਟਡ ਗ੍ਰਾਫ ਇਨ ਵਿਚ ਦ ਵਰਟਿਸਿਸ ਆਰ ਪਾਰਟੀਸ਼ਨਡ ਇਨਟੂ ਕੇ ਡਿਸਜੁਆਇੰਟ ਸੈਟਸ VI। ਉਹਨਾਂ ਦਾ ਨਾਮ ਰੱਖ ਲਿਆ ਆਪਾਂ VI ਕਿ ਆ ਪਹਿਲਾ ਸੈੱਟ ਹੈ, ਆ ਦੂਸਰਾ ਸੈੱਟ ਹੈ, ਆ ਤੀਸਰਾ ਸੈੱਟ ਹੈ ਐਂਡ ਸੋ ਔਨ। ਠੀਕ। ਜਿੱਥੇ ਕਿ K ਦੀ ਵੈਲਿਊ ਹਮੇਸ਼ਾ ਕਾਹਦੇ ਬਰਾਬਰ ਹੋਏਗੀ? 2 ਜਾਂ 2 ਤੋਂ ਵੱਧ। ਘੱਟੋ ਘੱਟ 2 ਸੈੱਟ ਹੋਣਗੇ ਕਿਉਂਕਿ ਜਦੋਂ ਆਪਾਂ ਡਿਵਾਈਡ ਕਰਾਂਗੇ ਤਾਂ ਘੱਟੋ ਘੱਟ 2 ਸੈੱਟ ਤਾਂ ਬਣਨਗੇ ਨਾ। ਸੋ K ਦੀ ਵੈਲਿਊ 2 ਜਾਂ 2 ਤੋਂ ਵੱਧ ਹੋ ਸਕਦੀ ਹੈ। ਦੈਟ ਮੀਨਸ ਜਿੰਨੇ ਮੇਰੇ ਕੋਲ ਜੇ 10 ਵਰਟਿਸਿਸ ਨੇ 10 ਵਰਟਿਸਿਸ ਨੂੰ ਮੈਂ ਘੱਟੋ ਘੱਟ 2 ਸੈੱਟ ਦੇ ਵਿੱਚ ਵੰਡ ਸਕਦਾ ਜਾਂ 10 ਵਰਟਿਸਿਸ ਨੂੰ ਮੈਂ 10 ਸੈੱਟਸ ਦੇ ਵਿੱਚ ਵੀ ਵੰਡਿਆ ਜਾ ਸਕਦਾ ਕਿ ਹਰ ਸੈੱਟ ਦੇ ਵਿੱਚ ਇੱਕ ਵੈਲਿਊ ਆ ਜਾਵੇ। ਸੋ ਇਸ ਤਰ੍ਹਾਂ ਕਰਕੇ ਜਿਹੜੀ ਮੇਰੀ ਪਾਰਟੀਸ਼ਨ ਹੈ ਉਹਦੇ ਵਿੱਚ ਜਿਹੜੀ ਮੈਂ K ਦੀ ਵੈਲਿਊ ਰੱਖਣੀ ਹੈ that will be always more than or equal to 2। ਠੀਕ। ਔਰ ਜਿਹੜੀ I ਦੀ ਵੈਲਿਊ ਹੈ ਕਿ ਸੈੱਟ ਕਿੰਨੇ ਬਣਨਗੇ, ਉਹ ਸੈੱਟ ਜਿਹੜੇ ਬਣਨਗੇ ਉਹ 1 ਤੋਂ ਲੈ ਕੇ K ਤੱਕ
ਮੇਨਟੇਨ ਹੋਣਗੇ। ਠੀਕ ਹੈ, ਸੋ ਜੇ ਮੇਰੇ ਕੋਲ k ਦੀ ਵੈਲਿਊ 5 ਹੈ ਤਾਂ ਮੇਰੇ ਕੋਲ ਸੈੱਟ ਬਣਨਗੇ 1 2 3 4 5। i ਦੀ ਵੈਲਿਊ ਜਿਹੜੀ ਹੈ 1 ਤੋਂ ਲੈ ਕੇ 5 ਤੱਕ ਰੇਂਜ ਕਰੇਗੀ। ਠੀਕ, ਸੋ दैट इज ग्राफ। ਹੁਣ ਇਸ ग्राफ ਦੀਆਂ ਮਲਟੀ ਸਟੇਜ ग्राफ ਦੀਆਂ ਪ੍ਰੋਪਰਟੀਜ਼ ਕੀ ਨੇ ਕਿ ਸੈਟ v1 ਐਂਡ ਸੈਟ vk। v1 मतलब के फर्स्ट सेट, vk मतलब के लास्ट सेट। first set and last set are such that they contain only one vertices। ਉਹਨਾਂ ਦੇ ਵਿੱਚ ਕੀ ਹੋਏਗਾ, ਸਿਰਫ ਤੇ ਸਿਰਫ ਇੱਕੋ ਹੀ ਨੋਡ ਹੋਏਗੀ, ਇੱਕ ਤੋਂ ਵੱਧ ਨੋਡ ਉਹਦੇ ਵਿੱਚ ਨਹੀਂ ਹੋਣਗੀਆਂ। that means ਇੱਕ ਸੋਰਸ ਹੋਏਗਾ, ਇੱਕ ਡੈਸਟੀਨੇਸ਼ਨ ਹੋਏਗਾ। v1 ਤੇ vk ਉਹਨਾਂ ਦੇ ਵਿੱਚ ਕੀ ਹੋਏਗਾ, ਇੱਕੋ ਹੀ ਵਰਟੈਕਸ ਹੋਏਗੀ। ਵਰਟੈਕਸ s ਇਨ v1 ਦੇ ਵਿੱਚ ਜਿਹੜੀ ਇੱਕ ਵਰਟੈਕਸ ਹੈ ਉਹਨੂੰ ਆਪਾਂ ਕਹਿੰਦੇ ਆ ਸੋਰਸ, ਤੇ vk ਦੇ ਵਿੱਚ ਜਿਹੜੀ ਇੱਕ ਵਰਟੈਕਸ ਹੈ ਉਹਨੂੰ ਆਪਾਂ ਕਹਿੰਦੇ ਆ ਸਿੰਕ। सोर्स एंड सिंक दो टर्मिनोलॉजीज आ गई, जिथों स्टार्ट होना है जिथे खत्म होना है। स्टार्ट होना है सोर्स तो, खत्म होना है सिंक ते। स्टार्ट होना है v1 तो, v1 दे विच इक्को ही नोड होएगी, सिंक दे विच भी इक्को ही नोड होएगी, ते वो नोड जिहड़ी है अपनी होएगी vk दे अंदर। ओके, then for all other set बाकी दे सैटां दे विच जिहड़ियां वैल्यूज है, नंबर ऑफ वर्टिसेस ने वो एक तो वध हो सकते हैं। एक भी हो सकता है इक्वल टू है, इट इज मोर दैन इक्वल टू 1। एक भी हो सकता है या एक तो वध भी हो सकते हैं। कंडीशन की है कि पहली सैट दे विच और लास्ट सैट दे विच तां एक एक नोड होएगी। इन बिटवीन जिन्ने भी सैट बनते हैं उन्हां दे विच एक तो वध नोड्स हो सकदियां ने। ईच सैट vi डिफाइन द स्टेज इन द ग्राफ। ਜਿਹੜਾ ਸੈੱਟ ਬਣ ਗਿਆ ਉਹਨੂੰ ਆਪਾਂ ਕਹਿੰਦੇ ਆ ਸਟੇਜ। ਜਿਹੜਾ ਆਪਣਾ ਤੇ ਨਾਮ ਹੈ ਮਲਟੀ ਸਟੇਜ ਗ੍ਰਾਫ, ਉਹਦੇ ਵਿੱਚ ਜਿਹੜਾ ਸਟੇਜ ਹੈ ਉਹ ਸਟੇਜ ਇਜ਼ ਬੇਸਿਕਲੀ ਦਾ ਸੈਟ vi। ਜਿੰਨੇ ਵੀ ਆਪਾਂ ਵਰਟਿਸਿਸ ਦੇ ਸੈੱਟ ਬਣਾਏ, that is the stage। and there is no back path from any vertex। किसी भी vertex तो वापस कोई भी नोड एज नहीं आ रही होएगी। there is no path back path, all paths are forward paths। तो इस चीज ਨੂੰ ਤੁਸੀਂ ਧਿਆਨ ਰੱਖਣਾ। तो ਜੇ ਕੋਈ ਗ੍ਰਾਫ ਇਹਨਾਂ ਚੀਜ਼ਾਂ ਨੂੰ ਸੈਟੀਸਫਾਈ ਕਰ ਰਿਹਾ ਹੈ, then that graph ਇਹਨਾਂ ਪ੍ਰੋਪਰਟੀ ਨੂੰ ਸੈਟੀਸਫਾਈ ਕਰ ਰਿਹਾ, then that graph can be called multi stage graph। so this is example of multi stage graph। ठीक है, this is your stage 1 ਜਿਹਦੇ ਵਿੱਚ ਇੱਕੋ ਹੀ ਨੋਡ ਹੈ, this is called source। ठीक है, ਜਿਹੜਾ ਕਿ ਮੈਂ ਲਿਖਿਆ ਵੀ ਹੋਇਆ। this is stage लास्ट स्टेज है जिन्हों आप सिंक कहने हैं। ठीक है, दिस इज सिंक नोड, ਇਹਦੇ ਵਿੱਚ ਵੀ ਇੱਕੋ ਹੀ ਨੋਡ ਹੈ। इन बिटवीन स्टेज 1 2 3 4 5। ठीक है, ये सारियां इन बिटवीन स्टेजेस है। स्टेज 2 ਦੇ ਵਿੱਚ ਮੇਰੇ ਕੋਲ 4 ਨੋਡ ਹੈ, ਸਟੇਜ 3 ਦੇ ਵਿੱਚ 3 ਨੋਡ ਹੈ, ਸਟੇਜ 4 ਦੇ ਵਿੱਚ ਅਗੇਨ 4 ਹੈ, ਸਟੇਜ 5 ਦੇ ਵਿੱਚ 5 ਹੈ। ਸੋ ਵਿਚਲੀਆਂ ਸਟੇजेस ਦੇ ਵਿੱਚ ਕੁਝ ਵੀ ਹੋ ਸਕਦਾ ਹੈ। ਜਿਹੜੀ ਫਰਸਟ ਸਟੇਜ ਹੈ ਉਹਦੇ ਵਿੱਚ ਇੱਕ ਨੋਡ ਹੋਏਗੀ, ਜਿਹੜੀ ਲਾਸਟ ਸਟੇਜ ਹੈ ਉਹਦੇ ਵਿੱਚ। ਸੋ ਦਿਸ ਇਜ਼ ਮਾਈ ਸੈਟ 1, this is my set 2, this is my set 3, set 4, set 5, set 6। ठीक है, सो इत्थे मेरी k ਦੀ ਵੈਲਿਊ ਕਿੰਨੀ ਹੈ, 6 ਹੈ, ਕਿਉਂਕਿ ਮੇਰੇ ਕੋਲ 6 ਸਟੇजेस ਹੈ। then my value of k is 6 and ਜਿਹੜੀ v1 ਹੈ ਉਹਦੇ ਵਿੱਚ ਇੱਕੋ ਹੀ ਨੋਡ ਹੈ, v6 ਜਿਹੜੀ ਹੈ ਉਹਦੇ ਵਿੱਚ ਵੀ ਇੱਕੋ ਹੀ ਨੋਡ ਹੈ। in between ਅਲੱਗ-ਅਲੱਗ ਨੋਡਸ ਹੈਗੀਆਂ ਨੇ। ਔਰ ਇਸ ਤੋਂ ਇਲਾਵਾ ਹੋਰ ਆਪਾਂ ਕੀ ਗੱਲ ਕੀਤੀ ਸੀ, सोर्स की गल होगी, सिंक की गल होगी। एंड देयर इज नो बैक पाथ। तुसीं देखोगे सारे पाथ जिहड़े ने अगे नूं जा रहे हैं, कोई भी एज जिहड़ी है वापस नहीं आ रही। ठीक, सो इस तरह करके दिस इज एग्जांपल ऑफ मल्टी स्टेज ग्राफ। सो जे आपां नूं कोई इहो जिहा ग्राफ दिता होवे जिहड़ा मल्टी स्टेज ग्राफ है, तां हुण मल्टी स्टेज ग्राफ प्रॉब्लम की है कि आपां ने सोर्स तो लैके सिंक तक शॉर्टेस्ट पाथ किहड़ा है उहनूं फाइंड आउट करना है। That is the problem of multi-stage graph। Is that clear? कि problem की है? ठीक है। Then these are some of the properties again for V that belongs to V1। हर vertex जेडी के V1 set ਦੇ ਵਿੱਚ ਹੈ। ਇਹਦਾ ਮਤਲਬ ਕੀ ਹੈ, V1 set ਕਿਹੜਾ ਹੈ, stage 1। तो ਆਪਾਂ stage 1 ਦੀ ਗੱਲ ਕਰ ਰਹੇ ਹਾਂ। stage 1 ਦੇ ਅੰਦਰ ਜਿਹੜੀ vertex ਹੈ ਉਹਦੀ ਜੋ in degree ਹੋਏਗੀ ਉਹ 0 ਹੋਏਗੀ, ਉਹਦੀ ਜੋ out degree ਹੋਏਗੀ ਉਹ ਡਿਪੈਂਡ ਕਰੇਗੀ ਨੰਬਰ ਆਫ ਨੋਡਸ ਇਨ ਸੈਟ V2। ਹੁਣ in degree ਕੀ ਹੁੰਦੀ ਹੈ ਕਿ ਕਿੰਨੀਆਂ ਐਜਿਸ ਉਸ ਨੋਡ ਤੱਕ ਆ ਰਹੀਆਂ ਹਨ। ਆਊਟ ਡਿਗਰੀ ਹੁੰਦੀ ਹੈ ਕਿੰਨੀਆਂ ਐਜਿਸ ਉਸ ਨੋਡ ਤੋਂ ਨਿਕਲ ਰਹੀਆਂ ਹਨ। ਕਿਉਂਕਿ ਆਪਾਂ ਪਹਿਲੀ ਸਟੇਜ ਦੀ ਗੱਲ ਕਰ ਰਹੇ ਹਾਂ, ਪਹਿਲੀ ਸਟੇਜ ਦੇ ਵਿੱਚ ਇੱਕੋ ਹੀ ਨੋਡ ਹੋਏਗੀ, ਆਪਾਂ ਪਹਿਲਾਂ ਵੀ ਗੱਲ ਕੀਤੀ। ਤਾਂ ਇਹਦੀ ਇਨ ਡਿਗਰੀ ਕੋਈ ਨਹੀਂ ਹੈਗੀ,
उस नोड ते पहुंचने वाला कोई नहीं हैगा। सो इन डिग्री ऑफ द फर्स्ट नोड इज 0 एंड आउट डिग्री किस चीज ते डिपेंड करेगी कि सैकेंड स्टेज दे विच किन्नियां नोड ने। तो इत्थों जिन्नियां नोड नूं राह जा रहा है वो सैकेंड स्टेज ते, दैट इज द आउट डिग्री ऑफ दिस नोड। ठीक, सिमिलरली ਜਿਹੜੀ ਲਾਸਟ ਸਟੇਜ ਤੇ ਨੋਡ ਹੈਗੀ ਹੈ ਉਹਦੀ ਇਨ ਡਿਗਰੀ ਕਿੰਨੀ ਹੋਏਗੀ। ਇਨ ਡਿਗਰੀ ਮੀਨਸ ਕਿ ਨੰਬਰ ਆਫ ਨੋਡ ਜਿਹੜੀਆਂ ਇਸ ਨੋਡ ਵੱਲ ਆ ਰਹੀ, ਨੰਬਰ ਆਫ ਐਜਿਸ ਜਿਹੜੀਆਂ ਕਿ ਇਸ ਨੋਡ ਵੱਲ ਆ ਰਹੀਆਂ ਨੇ। ਤੇ ਇਸ ਕੇਸ ਦੇ ਵਿੱਚ ਨੰਬਰ ਆਫ ਐਜਿਸ ਕਿੰਨੀਆਂ ਨੇ, ਓਨਲੀ 2। ਸੋ ਇਹਦੀ ਇਨ ਡਿਗਰੀ ਹੈਗੀ ਹੈ 2 ਤੇ ਆਊਟ ਡਿਗਰੀ ਕਿੰਨੀ ਹੋਏਗੀ 0। 0। तो आउट डिग्री 0 होएगी हमेशा और इन डिग्री नंबर ऑफ नोड और डिपेंड करेगा कि पिछली स्टेज दे विच किन्नियां नोड है। दैट डिपेंड्स अपॉन द नंबर ऑफ नोड इन द प्रीवियस स्टेज। ठीक है, सो ये है अपना इन डिग्री ते आउट डिग्री कादे वास्ते, फर्स्ट स्टेज वास्ते ते लास्ट स्टेज वास्ते। लास्ट स्टेज की होएगा इन डिग्री विल बी द नंबर ऑफ नोड इन द सैट VK-1। जे kth सैट ਨੂੰ ਆਪਾਂ ਲਾਸਟ ਸੈੱਟ ਮੰਨਦੇ ਆ ਤਾਂ VK-1 ਵਾਲੇ ਸੈੱਟ ਦੇ ਵਿੱਚ ਜਿੰਨੀਆਂ ਨੰਬਰ ਆਫ ਨੋਡ ਹੋਣਗੀਆਂ ਉਹ ਇਨ ਡਿਗਰੀ ਹੋਏਗੀ ਤੇ ਆਊਟ ਡਿਗਰੀ ਕੀ ਹੋਏਗੀ, that will be always 0। okay, then for all the vertices that belongs to V2 ਤੋਂ ਲੈ ਕੇ K-1 ਤੱਕ। ਠੀਕ ਹੈ, 2 ਤੋਂ ਲੈ ਕੇ ਮੀਨਸ ਇਸ ਪੁਆਇੰਟ ਤੋਂ ਲੈ ਕੇ K-1 ਇਸ ਪੁਆਇੰਟ ਤੱਕ ਜਿੰਨੇ ਵੀ ਸੈੱਟ ਬਣੇ ਉਹਨਾਂ ਸੈੱਟ ਦੇ ਵਿੱਚ ਜਿੰਨੀਆਂ ਵੀ ਨੋਡਸ ਹੈਗੀਆਂ ਨੇ ਉਹਨਾਂ ਸਾਰਿਆਂ ਦੀ ਇਨ ਡਿਗਰੀ ਤੇ ਆਊਟ ਡਿਗਰੀ ਕੀ ਹੋ ਸਕਦਾ ਹੈ। it can be in degree will be more than 1 or equal to 1। ਜਾਂ ਤਾਂ ਇੱਕ ਹੋਏਗੀ ਜਾਂ ਇੱਕ ਤੋਂ ਵੱਧ ਹੋਏਗੀ। ਆਊਟ ਡਿਗਰੀ ਵੀ ਅਗੇਨ ਇੱਕ ਜਾਂ ਇੱਕ ਤੋਂ ਵੱਧ ਹੋ ਸਕਦੀ ਹੈ। ਮਤਲਬ ਉੱਥੇ ਅੰਦਰ ਕੋਈ ਵੀ ਪੋਸੀਬਿਲਿਟੀ ਪੋਸੀਬਲ ਹੈਗੀ ਹੈ, ਕੋਈ ਵੀ ਆਪਸ਼ਨ ਹੋ ਸਕਦੀ ਹੈ। ਬਟ ਲਾਸਟ ਸਟੇਜ ਔਰ ਫਰਸਟ ਸਟੇਜ ਦੀ ਆਪਾਂ ਨੂੰ ਇਨ ਡਿਗਰੀ ਤੇ ਆਊਟ ਡਿਗਰੀ ਕਲੀਅਰ ਹੋਣੀ ਚਾਹੀਦੀ ਹੈ ਕਿ ਉਹ 0 ਤੇ ਨੰਬਰ ਆਫ ਨੋਡ ਇਨ ਸੈਟ ਸੈਕਿੰਡ ਸੈਟ ਤੇ ਲਾਸਟ ਵਾਲੇ ਕੇਸ ਦੇ ਵਿੱਚ ਇਨ ਡਿਗਰੀ ਹੋਏਗੀ ਕਿ ਪਿਛਲੇ ਸੈੱਟ 'ਚ ਕਿੰਨੀਆਂ ਨੋਡ ਹੈਗੀਆਂ ਨੇ ਤੇ ਆਊਟ ਡਿਗਰੀ ਹੋਏਗੀ 0। ਐਂਡ ਕੋਸਟ ਆਫ ਦਾ ਪਾਥ, ਪੂਰੇ ਪਾਥ ਦੀ ਕੋਸਟ ਕੀ ਹੋਏਗੀ, ਇਟ ਇਜ਼ ਦ ਸਮ ਆਫ ਦੀ ਕੋਸਟ ਆਫ ਦਾ ਐਜਿਸ ਇਨ ਦਾ ਪਾਥ। ਉਸ ਪਾਥ ਦੇ ਵਿੱਚ ਜਿੰਨੀਆਂ ਵੀ ਐਜਿਸ ਆਈਆਂ ਉਹਨਾਂ ਹਰ ਐਜ ਦੀ ਜਿਹੜੀ ਕੋਸਟ ਹੈ ਉਹਨਾਂ ਨੂੰ ਜੇ ਆਪਾਂ ਐਡ ਕਰ ਲਈਏ then we will get the cost of the path। ਠੀਕ ਹੈ, ਚਲੋ ਸੋ ਆਪਾਂ ਮਲਟੀ ਸਟੇਜ ਗ੍ਰਾਫ ਦੀ ਗੱਲ ਕਰ ਰਹੇ ਸੀ। ਮਲਟੀ ਸਟੇਜ ਗ੍ਰਾਫ ਕੀ ਚੀਜ਼ ਹੈ, ਇਟ ਇਜ਼ ਅ ਡਾਇਰੈਕਟਡ ਵੇਟਡ ਗ੍ਰਾਫ ਜਿਹਦੇ ਵਿੱਚ ਆਪਾਂ ਨੋਡ ਨੂੰ ਪਾਰਟੀਸ਼ਨ ਕਰਨਾ ਹੈ ਕੇ ਸੈੱਟ ਦੇ ਵਿੱਚ ਔਰ ਹਰ ਸੈੱਟ ਜਿਹੜੇ ਨਾ ਉਹ ਡਿਸਜੁਆਇੰਟ ਹੋਏਗਾ। ਡਿਸਜੁਆਇੰਟ ਦਾ ਮਤਲਬ ਕੀ ਹੈ ਕਿ ਇੱਕ ਨੋਡ ਜੇ ਇੱਕ ਸੈੱਟ ਦੇ ਵਿੱਚ ਚਲੇਗੀ ਤਾਂ ਉਹ ਨੋਡ ਦੂਸਰੇ ਸੈੱਟ ਦੇ ਵਿੱਚ ਅਪੀਅਰ ਨਹੀਂ ਹੋਏਗੀ ਤੇ ਨੰਬਰ ਆਫ ਸੈੱਟਸ ਕਿੰਨੇ ਬਣਨਗੇ ਜਿਹੜੇ ਉਹ ਡਿਪੈਂਡ ਉਹ ਹੈਗਾ k ਦੀ ਵੈਲਿਊ that is should be equal to or more than 2। that means ਘੱਟੋ ਘੱਟ 2 ਸੈੱਟ ਹੋਣਗੇ। ਪਾਰਟੀਸ਼ਨ ਇਸ ਹਿਸਾਬ ਨਾਲ ਕਰਨਾ ਕਿ ਘੱਟੋ ਘੱਟ 2 ਸੈੱਟ ਬਣਨ ਜਾਂ 2 ਤੋਂ ਵੱਧ ਸੈੱਟ ਆਪਣੇ ਕੋਲ ਬਣ ਜਾਣ। ਤੇ ਜਿਹੜਾ ਫਰਸਟ ਸੈੱਟ ਹੋਏਗਾ ਤੇ ਜਿਹੜਾ ਲਾਸਟ ਸੈੱਟ ਹੋਏਗਾ ਉਹਦੇ ਵਿੱਚ ਇੱਕ ਇੱਕ ਨੋਡ ਹੋਣੀ ਚਾਹੀਦੀ ਹੈ। ਫਰਸਟ ਵਾਲੇ ਨੂੰ ਆਪਾਂ ਸੋਰਸ ਕਹਿੰਦੇ ਆ, ਲਾਸਟ ਵਾਲੇ ਨੂੰ ਆਪਾਂ ਸਿੰਕ ਕਹਿੰਦੇ ਆ। ਇਨ ਬਿਟਵੀਨ ਕਿੰਨੀਆਂ ਮਰਜ਼ੀ ਨੋਡ ਹੋ ਸਕਦੀਆਂ ਨੇ, ਬੈਕ ਪਾਥ ਨਹੀਂ ਹੋਏਗਾ ਔਰ ਇਨ ਡਿਗਰੀ ਫਰਸਟ ਨੋਡ ਦੀ 0 ਹੋਏਗੀ, ਲਾਸਟ ਨੋਡ ਦੀ ਆਊਟ ਡਿਗਰੀ 0 ਹੋਏਗੀ। ਫਰਸਟ ਨੋਡ ਦੀ ਆਊਟ ਡਿਗਰੀ ਸੈਕਿੰਡ ਸਟੈਪ ਦੇ ਵਿੱਚ ਸੈਕਿੰਡ ਸਟੇਜ ਦੇ ਵਿੱਚ ਜਿਹੜੀਆਂ ਨੋਡ ਨੇ ਉਹਦੇ ਡਿਪੈਂਡ ਕਰੇਗੀ। ਲਾਸਟ ਨੋਡ ਦੀ ਇਨ ਡਿਗਰੀ ਸੈਕਿੰਡ ਲਾਸਟ ਸੈੱਟ ਦੇ ਵਿੱਚ ਜਿੰਨੀਆਂ ਨੋਡਸ ਹੈਗੀਆਂ ਨੇ ਉਸ ਚੀਜ਼ ਤੇ ਡਿਪੈਂਡ ਕਰੇਗੀ। ਔਰ ਇਨ ਬਿਟਵੀਨ ਇਨ ਡਿਗਰੀ ਆਊਟ ਡਿਗਰੀ ਇੱਕ ਤੋਂ ਵੱਧ ਹੋ ਸਕਦੀ ਹੈ, ਕੁਝ ਵੀ ਹੋ ਸਕਦਾ ਹੈ। ਤੇ ਕਾਸਟ ਆਫ ਪਾਥ, ਜੇ ਮੈਂ ਕੋਈ ਪਾਥ ਇੱਥੋਂ ਚੂਜ਼ ਕੀਤਾ ਤਾਂ ਉਸ ਪਾਥ ਦੀ ਜੋ ਕਾਸਟ ਹੈਗੀ ਹੈ ਉਹ ਕਾਸਟ ਡਿਪੈਂਡ ਕਰੇਗੀ ਕਿ ਹਰ ਪਾਥ ਦੇ ਜਿੰਨੀ ਕੋਸਟ ਹੈ ਉਹਦਾ ਸਮ। ਫੋਰ ਐਗਜ਼ਾਮਪਲ ਜੇ ਮੇਰਾ ਇਹ ਵਾਲਾ ਪਾਥ ਬਣ ਕੇ ਨਿਕਲ ਕੇ ਆਂਦਾ ਹੈ ਤਾਂ ਇਸ ਪਾਥ ਦੀ ਕਾਸਟ ਕਿੰਨੀ ਹੋਏਗੀ, that depends upon the sum of all the path in between। ਜਿੰਨੇ ਵੀ ਆਪਣੇ ਕੋਲ ਪਾਥ ਆਏ ਉਹਨਾਂ ਸਾਰਿਆਂ ਦਾ ਜੇ ਆਪਾਂ ਸਮ ਕਰੀਏ ਤਾਂ ਇਸ ਟੋਟਲ ਪਾਥ ਦੀ ਕਾਸਟ ਬਣ ਜਾਏਗੀ। ਠੀਕ, ਸੋ that is ਮਲਟੀ ਸਟੇਜ ਗ੍ਰਾਫ। ਹੁਣ ਮਲਟੀ ਸਟੇਜ ਗ੍ਰਾਫ ਦੇ ਵਿੱਚ ਜੋ ਪ੍ਰੋਬਲਮ ਆਪਾਂ ਨੇ ਸੋਲਵ ਕਰਨੀ ਹੈ, problem is to find a minimum cost path from source to target। ਠੀਕ ਹੈ, ਸੋਰਸ ਜਿਹੜਾ ਹੈ ਉਹ V1 ਸੈੱਟ ਦੇ ਵਿੱਚ ਹੋਏਗਾ, ਟਾਰਗੇਟ ਜਿਹੜਾ ਹੈ ਉਹ VK ਸੈੱਟ ਦੇ ਵਿੱਚ ਜਿਹੜਾ ਕਿ ਲਾਸਟ ਸਟੇਜ ਹੈ ਉਹਦੇ ਵਿੱਚ ਹੋਏਗਾ। ਸੋ ਮਲਟੀ ਸਟੇਜ ਗ੍ਰਾਫ ਦੀ ਜੋ ਪ੍ਰੋਬਲਮ ਹੈ, ਮਿਨੀਮਮ ਕੋਸਟ ਵਾਲਾ ਪਾਥ ਆਪਾਂ ਨੇ ਫਾਈਂਡ ਆਊਟ ਕਰਨਾ ਹੈ। ਤਾਂ ਇਹਨੂੰ ਫਾਈਂਡ ਆਊਟ ਕਰਨ ਲਈ ਲਿਟਰੇਚਰ ਦੇ ਵਿੱਚ ਦੋ ਆਪਣੇ ਕੋਲ ਮੈਥਡ ਹੈ। ਫਰਸਟ ਮੈਥਡ ਇਜ਼ ਫਾਰਵਰਡ ਅਪਰੋਚ, ਸੈਕੰਡ ਮੈਥਡ ਇਜ਼ ਬੈਕਵਰਡ ਅਪਰੋਚ। ਇਹ ਬਹੁਤ ਹੀ ਕਨਫਿਊਜ਼ਿੰਗ ਨਾਮ ਹੈ, ਇਹਨਾਂ ਬਾਰੇ ਮੈਂ ਦੁਬਾਰਾ ਡਿਟੇਲ ਦੇ ਵਿੱਚ ਆਪਾਂ ਦੁਬਾਰਾ ਗੱਲ ਕਰਾਂਗੇ।
फॉरवर्ड अप्रोच की है रिपीट कर रहे, रिपीट कर रहे। रिलेशंस आर, if the relations are formulated using the forward approach then the relations are solved backward। ठीक है, सो ये चीज़ां दा तुसीं ध्यान रखना है। एक कन्फ्यूजन है बहुत ज़्यादा कि फॉरवर्ड अप्रोच का मतलब की है कि आपां बैकवर्ड सॉल्व करना है, कि सॉल्व जिहड़ा है वो बैकवर्ड करांगे पर ਉਹਨੂੰ ਆਪਾਂ ਕਹਿੰਦੇ ਆ फॉरवर्ड अप्रोच। दैट मीनस बिगनिंग विद द लास्ट डिसीजन, आप लास्ट डिसीजन तो स्टार्ट करांगे ते ਉਹਨੂੰ बैकवर्ड रीजनिंग करते हुए फर्स्ट नोट ते आवांगे। दैट इज आल्सो कॉल्ड रीजन बैकवर्ड फ्रॉम गोल टू फैक्ट, गोल तो लैके स्टार्टिंग वाल नू आना। इसका दूसरा नाम है बैकवर्ड चेनिंग और बैकवर्ड रीजनिंग। ठीक है, तो फॉरवर्ड अप्रोच, इथे वर्ड अप्रोच है, फॉरवर्ड अप्रोच मीनस बैकवर्ड चेनिंग और बैकवर्ड रीजनिंग। तो कई बार पेपर ਦੇ ਵਿੱਚ ਆ ਜਾਂਦਾ व्हाट इज बैकवर्ड चेनिंग ਤਾਂ ਤੁਸੀਂ ਫਾਰਵਰਡ ਅਪਰੋਚ ਬਾਰੇ ਲਿਖਣਾ ਹੈ, ਤੇ ਆ ਗਿਆ व्हाट इज बैकवर्ड रीजनिंग ਤਾਂ ਤੁਸੀਂ ਬੈਕਵਰਡ ਤਾਂ ਵੀ ਫਾਰਵਰਡ ਅਪਰੋਚ ਬਾਰੇ ਲਿਖਣਾ ਹੈ। ਜੇ ਫਾਰਵਰਡ ਅਪਰੋਚ ਆ ਗਿਆ ਤਾਂ ਬੈਕਵਰਡ ਰੀਜ਼ਨਿੰਗ ਜਾਂ ਚੇਨਿੰਗ ਉਹਦੇ ਬਾਰੇ ਵੀ ਨਾਲ ਗੱਲ ਕਰਨੀ ਹੈ। ਸੋ ਫਾਰਵਰਡ ਅਪਰੋਚ ਦੇ ਵਿੱਚ ਆਪਾਂ ਕੀ ਕਰਨਾ ਹੈ, ਵੀ ਹੈਵ ਟੂ ਸੋਲਵ ਬੈਕਵਰਡ। ਬਸ ਇਸ ਚੀਜ਼ ਦਾ ਤੁਸੀਂ ਧਿਆਨ ਰੱਖਣਾ, ਸੋਲਵ ਬੈਕਵਰਡ ਮੀਨਸ ਲਾਸਟ ਨੋਟ ਤੋਂ ਸਟਾਰਟ ਕਰਨਾ ਹੈ ਤੇ ਪਹਿਲੀ ਨੋਟ ਵੱਲ ਨੂੰ ਆਣਾ ਹੈ। ਇਸ ਚੀਜ਼ ਨੂੰ ਆਪਾਂ ਫਾਰਵਰਡ ਅਪਰੋਚ ਕਹਿੰਦੇ ਆ। ਠੀਕ, ਔਨ ਦਾ ਅਦਰ ਹੈਂਡ ਇਹਦਾ ਉਲਟਾ ਕੀ ਹੋ ਗਿਆ, ਬੈਕਵਰਡ ਅਪਰੋਚ। दैट मीन्स दे आर सॉल्वड फॉरवर्ड। इथे अगेन अपोजिट है, बैकवर्ड अप्रोच है, सॉल्व जेडे ने वो फॉरवर्ड होंदे ने। दैट मीन्स बिगिनिंग विद द फर्स्ट डिसीजन, पहली नोट तो स्टार्ट करांगे ते अगे वाल नू जावांगे, टारगेट वाल नू लास्ट नोट ते पहुंचांगे। तो दिस इज कॉल्ड फॉरवर्ड चेनिंग और फॉरवर्ड रीजनिंग। जिवें इथे बैकवर्ड चेनिंग सीगा, इथे दा नाम आ गया फॉरवर्ड चेनिंग और फॉरवर्ड रीजनिंग। सो ये सारे नाम जेडे ने इन्हां नू आपस दे विच कंफ्यूज नहीं करना। फॉरवर्ड अप्रोच मीन्स लास्ट तो स्टार्ट करना है, फर्स्ट वाल नू आना है। बैकवर्ड अप्रोच मीन्स फर्स्ट तो स्टार्ट करना है, लास्ट वाल नू जाना है। ठीक, सो क्योंकि फर्स्ट तो स्टार्ट करना है, लास्ट वाल नू जाना है, इस करके जिहड़ी बैकवर्ड अप्रोच है ओदा नाम फॉरवर्ड चेनिंग है। ते क्योंकि लास्ट तो स्टार्ट करना है, फर्स्ट वाल नू आना है, इस करके फॉरवर्ड अप्रोच का नाम बैकवर्ड चेनिंग है। ਸੋ ਆਪਾਂ ਇਹ ਦੋਨੋਂ ਅਪਰੋਚਸ 1 ਬਾਈ 1 ਕਵਰ ਕਰਾਂਗੇ। ਪਹਿਲਾਂ ਆਪਾਂ ਫਾਰਵਰਡ ਅਪਰੋਚ ਦੀ ਗੱਲ ਕਰਦੇ ਹਾਂ ਕਿ ਫਾਰਵਰਡ ਅਪਰੋਚ ਦੇ ਵਿੱਚ ਸੋਲੂਸ਼ਨ ਕਿਵੇਂ ਹੋਏਗਾ। ਸਪੋਜ਼ ਮੇਰੇ ਕੋਲ ਇੱਕ ਗ੍ਰਾਫ ਹੈ, ਇਸ ਗ੍ਰਾਫ ਦੇ ਵਿੱਚ ਆਪਣੇ ਕੋਲ ਸਟੇਜ 1 2 3 ਐਂਡ 4 ਚਾਰ ਸਟੇजेस ਹੈ। ਸਟੇਜ 1 ਦੇ ਵਿੱਚ ਇੱਕੋ ਹੀ ਨੋਡ ਹੈ, ਸਟਾਰਟ ਨੋਡ। ਸਟੇਜ 4 ਦੇ ਵਿੱਚ ਆਪਣੇ ਕੋਲ ਇੱਕ ਨੋਡ ਹੈ ਟਾਰਗੇਟ ਨੋਡ, ਇਨ ਬਿਟਵੀਨ ਕੁਝ ਵੀ ਨੋਡਸ ਹੋ ਸਕਦੀਆਂ ਨੇ ਔਰ ਹਰ ਨੋਡ ਦੇ ਉੱਪਰ ਇੱਕ ਵੈਲਿਊ ਲਿਖੀ ਹੋਈ ਹੈ ਜਿਹੜੀ ਕਿ ਉਸ ਨੋਡ ਤੋਂ ਅਗਲੀ ਨੋਡ ਤੱਕ ਪਹੁੰਚਣ ਦਾ the cost है ਜਾਂ distance है जिन्हों कह सकते हो तुसी। So basic idea is to attempt to reduce the solution of this problem to the solution of a sequence of interrelated sub problem। तो ਇਹਦਾ solution ਕਿਵੇਂ ਕਰਾਂਗੇ ਆਪਾਂ ਕਿ ਆਪਾਂ ਆਪਣੀ problem ਨੂੰ ਛੋਟੇ-ਛੋਟੇ ਹਿੱਸਿਆਂ ਦੇ ਵਿੱਚ ਤੋੜਨਾ ਹੈ। So with this in mind we will imagine being at the node S। ਸਭ ਤੋਂ ਪਹਿਲਾਂ ਆਪਾਂ ਕੀ ਸਟਾਰਟ ਕਰਦੇ ਹਾਂ ਕਿ ਆਪਾਂ S ਤੇ ਖੜੇ ਹਾਂ। When we are at the S we will look ahead। ਆਪਾਂ ਅੱਗੇ ਦੇਖਾਂਗੇ, ਅੱਗੇ ਦੇਖਣ ਵਾਸਤੇ ਜਦੋਂ ਆਪਾਂ ਅੱਗੇ ਦੇਖਾਂਗੇ we see that there are 3 immediate choices to move। ਆਪਾਂ S ਤੋਂ A ਵੱਲ ਨੂੰ ਜਾ ਸਕਦੇ ਹਾਂ, S ਤੋਂ B ਵੱਲ ਨੂੰ ਜਾ ਸਕਦੇ ਹਾਂ, S ਤੋਂ C ਵੱਲ ਨੂੰ। ਜਦੋਂ ਮੈਂ S ਤੇ ਪਹੁੰਚ ਗਿਆ, S ਤੇ ਪਹੁੰਚ ਕੇ ਮੈਨੂੰ 3 ਰਸਤੇ ਦਿਖੇ। 3 ਰਸਤੇ ਦਿਖਣ ਦੇ ਨਾਲ ਮੈਨੂੰ ਨਾਲ ਹੀ ਉਹਨਾਂ ਦੇ ਡਿਸਟੈਂਸ ਵੀ ਪਤਾ ਲੱਗੇ ਕਿ ਇਹ ਰਸਤੇ ਤੇ ਮੈਂ ਜਾਵਾਂਗਾ ਤਾਂ ਇਹਦੀ ਕਾਸਟ 1 ਹੈ, ਇਸ ਰਸਤੇ ਤੇ ਜਾਵਾਂਗੇ ਤਾਂ ਕਾਸਟ 2 ਹੈ, ਇਸ ਰਸਤੇ ਤੇ ਜਾਵਾਂਗੇ ਤਾਂ ਕਾਸਟ 5 ਹੈ। ਤਾਂ ਇੱਕ ਨੋਡ ਤੇ ਜਾ ਕੇ ਮੈਨੂੰ 3 ਰਸਤੇ ਦਿਖਦੇ ਨੇ। ਹੁਣ 3 ਰਸਤੇ ਦੇ ਵਿੱਚੋਂ ਮੈਂ ਕਿਹੜੇ ਰਸਤੇ ਤੇ ਜਾਵਾਂਗਾ ਉਹ ਡਿਪੈਂਡ ਕਰੇਗਾ ਕਿ ਉਸ ਤੋਂ ਅੱਗੇ ਕੀ ਹੈ। ਠੀਕ ਹੈ, ਸੋ ਜਦੋਂ ਮੈਂ S ਤੇ ਖੜਾ ਮੈਨੂੰ ਆਹ 3 ਇਨਫੋਰਮੇਸ਼ਨ ਤਾਂ ਮਿਲ ਗਈਆਂ ਕਿ ਇੱਥੇ A ਤੱਕ ਜਾਣ ਦਾ ਕਾਸਟ 1 ਹੈ, B ਤੱਕ ਜਾਣ ਦੀ ਕਾਸਟ 2 ਹੈ, C ਤੱਕ ਜਾਣ ਦੀ ਕਾਸਟ C ਹੈ। ਪਰ A ਤੋਂ ਅੱਗੇ T ਤੱਕ ਪਹੁੰਚਣ ਵਾਸਤੇ ਜਿਹੜਾ ਮੈਂ ਬਲੈਕ ਏਰੀਆ ਕਰਤਾ, ਗ੍ਰੇ ਏਰੀਆ ਕਰਤਾ, ਇਸ ਏਰੀਆ ਦੀ ਹੱਲੇ ਮੇਰੇ ਕੋਲ ਇਨਫੋਰਮੇਸ਼ਨ ਨਹੀਂ ਹੈ। ਜਦੋਂ ਮੈਂ S ਨੋਡ ਤੇ ਖੜਾ ਤਾਂ ਮੈਨੂੰ A B C ਤਾਂ ਦਿਖ ਰਹੇ ਨੇ ਪਰ ਮੈਨੂੰ D E F ਨਹੀਂ ਦਿਖ ਰਹੇ, ਨਾ ਹੀ ਮੈਨੂੰ T ਦਿਖ ਰਿਹਾ। ਤਾਂ ਇਹ D E F ਔਰ T ਨਾ ਦਿਖਣ ਕਰਕੇ ਮੈਨੂੰ ਇਹ ਨਹੀਂ ਪਤਾ ਕਿ ਜੇ ਮੈਂ A ਤੇ ਪਹੁੰਚ ਜਾਵਾਂ ਤਾਂ A ਤੋਂ T ਤੱਕ ਦਾ ਡਿਸਟੈਂਸ ਕਿੰਨਾ ਹੋਏਗਾ। ਜੇ ਮੈਂ B ਤੇ ਪਹੁੰਚ ਜਾਵਾਂ ਤਾਂ B ਤੋਂ T ਤੱਕ ਦਾ ਡਿਸਟੈਂਸ ਕਿੰਨਾ ਹੋਏਗਾ। ਜੇ ਮੈਂ C ਤੇ ਪਹੁੰਚ ਜਾਣਾ ਤਾਂ C ਤੋਂ T ਤੱਕ ਦਾ ਡਿਸਟੈਂਸ ਕਿੰਨਾ ਹੋਏਗਾ। ਸੋ ਇਹ ਚੀਜ਼ਾਂ ਮੈਨੂੰ ਹੱਲੇ ਨਹੀਂ ਪਤਾ। ਸੋ ਦੈਟ ਮੀਨਸ ਆਈ ਨੀਡ ਸਮਵਨ, ਮੈਨੂੰ ਕੋਈ ਚਾਹੀਦਾ ਹੈ। ਠੀਕ ਹੈ, ਜੇ ਆਪਾਂ ਨੂੰ ਕੋਈ ਬੰਦਾ ਮਿਲ ਜੇ
ਜਿਹੜਾ ਕਿ ਮੈਨੂੰ ਇਹ ਦੱਸ ਦੇਵੇ ਕਿ ਮੈਂ A ਤੋਂ ਜਿਹੜਾ T ਤੱਕ ਦਾ ਡਿਸਟੈਂਸ ਹੈ ਉਹ ਇੰਨਾ ਆ, B ਤੋਂ T ਤੱਕ ਦਾ ਓਨਾ ਆ ਤੇ C ਤੋਂ T ਤੱਕ ਦਾ ਇੰਨਾ ਆ, ਤਾਂ ਫਿਰ ਮੈਂ ਉਸ ਡਿਸਟੈਂਸ ਨੂੰ ਆਪਣੇ ਕਰੰਟ ਡਿਸਟੈਂਸ ਦੇ ਵਿੱਚ ਐਡ ਕਰਾਂਗਾ ਤੇ ਮੈਨੂੰ ਟੋਟਲ ਡਿਸਟੈਂਸ ਪਤਾ ਲੱਗ ਜਾਏਗਾ। ਸੋ ਉਹ ਜਿਹੜਾ ਸਮ 1 ਹੈ, if we have access to sum 1, ਉਹ ਜਿਹੜਾ sum 1 ਹੈ ਜਿਹੜਾ ਕਿ ਆਪਾਂ ਨੂੰ ਇਨਫੋਰਮੇਸ਼ਨ ਦਵੇ ਕਿ A ਤੋਂ T ਤੱਕ ਦਾ ਡਿਸਟੈਂਸ ਜਾਂ B ਤੋਂ T ਤੱਕ ਦਾ ਡਿਸਟੈਂਸ ਉਹ ਕਿੰਨਾ ਹੈ, ਉਹ sum 1 ਹੀ ਆਪਣੇ ਕੋਲ ਨਹੀਂ ਹੈ। ਸੋ ਆਪਾਂ ਜਿਹੜੀ ਆਪਣੀ ਪ੍ਰੋਬਲਮ ਹੈ ਉਹਨੂੰ ਇਸ ਤਰ੍ਹਾਂ ਦੇਖਦੇ ਹਾਂ ਕਿ ਸੋਰਸ ਤੋਂ A ਤੱਕ ਦਾ ਡਿਸਟੈਂਸ ਪਤਾ ਹੈ, ਸੋਰਸ ਤੋਂ B ਤੱਕ ਦਾ ਡਿਸਟੈਂਸ ਪਤਾ ਹੈ, ਸੋਰਸ ਤੋਂ C ਤੱਕ ਦਾ ਡਿਸਟੈਂਸ ਪਤਾ ਹੈ, ਤੇ ਇਹ ਕੋਈ ਹੈ ਜਿਹੜਾ ਮੈਨੂੰ ਇਹ ਦੱਸੇਗਾ ਕਿ A ਤੋਂ T ਤੱਕ ਦਾ ਡਿਸਟੈਂਸ ਕਿੰਨਾ ਹੈ, ਤਾਂ ਇਸ ਡਿਸਟੈਂਸ ਨੂੰ ਮੈਂ ਇਸ ਡਿਸਟੈਂਸ ਦੇ ਵਿੱਚ ਐਡ ਕਰਕੇ ਇਹ ਟੋਟਲ ਡਿਸਟੈਂਸ ਜਿਹੜਾ ਹੈ ਉਹ ਮੈਂ ਕੈਲਕੂਲੇਟ ਕਰ ਸਕਦਾ ਹਾਂ। ਇਸੇ ਤਰ੍ਹਾਂ ਕੋਈ ਹੈ ਜਿਹੜਾ ਮੈਨੂੰ ਇਹ ਦੱਸੇਗਾ ਕਿ B ਤੋਂ T ਤੱਕ ਦਾ ਡਿਸਟੈਂਸ ਕਿੰਨਾ ਹੈ, ਉਸ ਡਿਸਟੈਂਸ ਨੂੰ ਮੈਂ ਇਹਦੇ ਵਿੱਚ ਐਡ ਕਰਾਂਗਾ ਜਿਹਦੇ ਨਾਲ ਮੈਨੂੰ ਟੋਟਲ ਡਿਸਟੈਂਸ ਪਤਾ ਲੱਗੇਗਾ। ਸਿਮਿਲਰ ਕਹਾਣੀ ਜਿਹੜੀ ਆਪਣੀ C ਵਾਸਤੇ ਵੀ ਹੈ। ਸੋ ਇਹ ਜਿਹੜਾ ਕੋਈ ਹੈ ਇਹ ਆਪਣਾ ਪ੍ਰੋਬਲਮ ਸੋਲਵਰ ਹੋਏਗਾ। ठीक, तो ਇਹਦਾ ਮਤਲਬ ਕੀ ਹੈ ਕਿ ਇਹਦਾ someone ਹੈ, since this someone is actually not available, what we have observed is that the original problem of finding the shortest distance from S to T, original problem ਕੀ ਹੈ ਕਿ ਆਪਾਂ source ਤੋਂ target ਤੇ ਪਹੁੰਚਣਾ ਹੈ, ਉਹਨੂੰ ਆਪਾਂ further reduce ਕਰ ਲਿਆ ਤਿੰਨ ਹਿੱਸਿਆਂ ਦੇ ਵਿੱਚ ਕਿ source ਤੋਂ A ਤੱਕ ਦਾ distance ਤਾਂ ਪਤਾ ਲੱਗ ਗਿਆ, finding the shortest distance from A, B and C to node T, ਆਪਾਂ ਕੀ ਕਰ ਲਿਆ ਕਿ ਇਸ ਤੋਂ T ਤੱਕ ਦਾ shortest distance ਲੱਭ ਲਈਏ, ਜਾਂ B ਤੋਂ T ਤੱਕ ਦਾ shortest distance ਲੱਭ ਲਈਏ, ਜਾਂ C ਤੋਂ T ਤੱਕ ਦਾ shortest distance ਲੱਭ ਲਈਏ, ਤਾਂ ਉਹ ਤਿੰਨ ਹਿੱਸਿਆਂ ਦੇ ਵਿੱਚ ਮੈਂ ਆਪਣੀ ਪ੍ਰੋਬਲਮ ਨੂੰ ਡਿਵਾਈਡ ਕਰ ਲਿਆ। ਸੋ these sub problems are smaller than the original ਪ੍ਰੋਬਲਮ ਕੀ ਸੀਗੀ ਕਿ ਸੋਰਸ ਤੋਂ ਟਾਰਗੇਟ ਦਾ ਡਿਸਟੈਂਸ ਕੈਲਕੂਲੇਟ ਕਰਨਾ ਹੈ, ਤਾਂ ਇਹ ਜਿਹੜੀਆਂ ਤਿੰਨ ਪ੍ਰੋਬਲਮ ਹੈ ਇਹ ਇਸ ਪ੍ਰੋਬਲਮ ਤੋਂ ਇੱਕ ਨੋਡ ਘੱਟ ਹੈ, ਕਿਉਂਕਿ ਸੋਰਸ ਵਾਲੀ ਨੋਡ ਆਪਾਂ ਕੱਢਤੀ, ਹੁਣ ਆਪਾਂ A ਤੇ ਖੜੇ ਆ ਤਾਂ A ਤੋਂ T ਤੱਕ ਦਾ ਡਿਸਟੈਂਸ ਕੱਢਣਾ ਹੈ। ਸੋ A ਤੋਂ T, ਜੇ ਮੈਂ A ਤੇ ਖੜਾ ਤਾਂ ਮੇਰੀ ਪ੍ਰੋਬਲਮ ਕੀ ਬਣ ਗਈ ਕਿ A ਤੋਂ D ਤੱਕ ਦਾ ਡਿਸਟੈਂਸ ਪਤਾ ਹੈ, A ਤੋਂ E ਤੱਕ ਦਾ ਡਿਸਟੈਂਸ ਮੈਨੂੰ ਦਿਖ ਰਿਹਾ, ਪਰ ਮੈਨੂੰ ਇਹ ਨਹੀਂ ਪਤਾ ਕਿ D ਤੋਂ ਅੱਗੇ T ਦਾ ਡਿਸਟੈਂਸ ਕੀ ਹੋਏਗਾ, ਮੈਨੂੰ ਇਹ ਵੀ ਨਹੀਂ ਪਤਾ ਕਿ E ਤੋਂ T ਤੱਕ ਕਿਵੇਂ ਪਹੁੰਚਿਆ ਜਾਏਗਾ। ਸੋ ਜੇ ਕੋਈ ਮੈਨੂੰ ਮਿਲ ਜਾਵੇ ਜਿਹੜਾ ਮੈਨੂੰ ਆਹ ਡਿਸਟੈਂਸ ਦੱਸ ਦੇਵੇ ਤਾਂ ਇਹਨੂੰ ਮੈਂ ਇਹਦੇ ਵਿੱਚ ਜੋੜਾਂਗਾ ਤਾਂ ਮੈਂ A ਤੋਂ T ਤੱਕ ਦਾ ਡਿਸਟੈਂਸ ਕੈਲਕੂਲੇਟ ਕਰ ਸਕਦਾ ਹਾਂ। ਸਿਮਿਲਰਲੀ ਇਧਰਲੇ ਪਾਸੇ, ਠੀਕ ਹੈ। ਸੋ ਦੈਟ ਮੀਨਸ ਮੈਂ ਆਪਣੀ ਪ੍ਰੋਬਲਮ ਨੂੰ ਸਬ ਪ੍ਰੋਬਲਮ ਦੇ ਵਿੱਚ ਡਿਵਾਈਡ ਕਰਦਾ ਜਾ ਰਿਹਾ। ਸੋ these sub problems are smaller than the original in the sense that node A, B and C are one step closer to the node than S, ਠੀਕ ਹੈ, T ਨੋਡ ਤੋਂ S ਨੋਡ ਦੇ ਨਾਲ ਉਹ ਨੇੜੇ ਹੈ। ਸੋ ਦਿਸ ਮੀਨਸ ਕਿ ਆਪਾਂ ਆਪਣੀ ਪ੍ਰੋਬਲਮ ਨੂੰ ਸਮਾਲਰ ਪਾਰਟ ਦੇ ਵਿੱਚ ਡਿਵਾਈਡ ਕਰੀ ਜਾਣਾ ਹੈ। ਸੋ ਜਦੋਂ ਡਿਵਾਈਡ ਕਰਦੇ ਕਰਦੇ ਫਾਈਨਲ ਇੱਕ ਸਟੇਜ ਆ ਜਾਏਗੀ ਜਿੱਥੇ ਆਪਾਂ ਟਾਰਗੇਟ ਨੋਡ ਤੇ ਹੀ ਪਹੁੰਚ ਜਾਵਾਂਗੇ। ਸੋ ਕੰਟੀਨਿਊਏਸ਼ਨ ਆਫ ਦਿਸ ਆਰਗੂਮੈਂਟ shows that to solve these sub problem we next need to know the shortest distance from D, E and F to final node T। ਸੋ ਇਹਦਾ ਮਤਲਬ ਕੀ ਹੈ ਕਿ ਮੈਨੂੰ ਅੱਗੇ ਨੈਕਸਟ ਸਟੈਪ ਦੇ ਵਿੱਚ ਕੀ ਕਰਨਾ ਪਏਗਾ ਕਿ D ਤੋਂ T ਦਾ ਸ਼ਾਰਟੈਸਟ ਡਿਸਟੈਂਸ, E ਤੋਂ T ਦਾ ਤੇ F ਤੋਂ T ਦਾ, ਕਿਉਂਕਿ ਇਹ ਵਨ ਸਟੈਪ ਅੱਗੇ ਹੀ ਨੇ, ਵਨ ਸਟੈਪ ਪਿੱਛੇ ਹੀ ਨੇ T ਤੋਂ। ਇਹਦਾ ਮਤਲਬ ਕੀ ਹੈ ਕਿ ਇਹ ਡਿਸਟੈਂਸ ਆਪਾਂ ਨੂੰ ਜਦੋਂ ਪਤਾ ਲੱਗਣਗੇ ਇਹਨਾਂ ਨੂੰ ਆਪਾਂ ਪਿਛਲੇ ਸਟੈਪ ਦੇ ਵਿੱਚ ਲੈ ਕੇ ਜਾਵਾਂਗੇ, ਉਹਨਾਂ ਨੂੰ ਪਿਛਲੇ ਸਟੈਪ ਦੇ ਵਿੱਚ ਲੈ ਕੇ ਜਾਵਾਂਗੇ, ਐਂਡ ਫਾਈਨਲੀ ਆਪਾਂ ਪੂਰੇ ਸਟੈਪ ਦਾ ਡਿਸਟੈਂਸ ਫਾਈਂਡ ਆਊਟ ਕਰ ਲਾਂਗੇ। Thus the solution to our problem can be obtained by the recursive procedure that begins with these last three node। ਕਿੱਥੋਂ ਸਟਾਰਟ ਹੋਏਗਾ, ਆ ਲਾਸਟ ਵਾਲੀਆਂ ਨੋਡ ਤੋਂ, ਇੱਥੋਂ ਸਟਾਰਟ ਹੋਏਗਾ ਤੇ ਇੱਥੋਂ ਪਿੱਛੇ ਵੱਲ ਨੂੰ ਜਾਏਗਾ। ਸੋ ਦੈਟਸ ਵਾਈ ਇਟ ਇਜ਼ ਕਾਲਡ ਬੈਕਵਰਡ ਚੇਨਿੰਗ, ਠੀਕ ਹੈ। ਸੋ ਜਿਵੇਂ approach forward ਹੈ, approach is forward but we are starting the solving this technique backward, ਆਪਾਂ ਲਾਸਟ ਨੋਡ ਤੋਂ ਸਟਾਰਟ ਕਰਨਾ ਤੇ ਪਿੱਛੇ ਨੂੰ ਜਾਣਾ ਹੈ, that's why it is called backward chaining, ਠੀਕ। ਸੋ ਇਹਦੇ ਵਾਸਤੇ ਆਪਾਂ ਜੋ ਅਬਜ਼ਰਵ ਕੀਤਾ, ਧਿਆਨ ਦੇਣ ਵਾਲੀ ਗੱਲ, given a k stage graph, ਜੇ ਮੇਰੇ ਕੋਲ ਗ੍ਰਾਫ ਦੇ ਵਿੱਚ k stages ਨੇ, ਜਿਵੇਂ ਇਹਦੇ ਵਿੱਚ 4 stages ਹੈ, then every S to T path is a result of sequence of k minus 2 decisions। ਤਾਂ ਮੈਨੂੰ 2 ਡਿਸੀਜਨ ਲੈਣੇ ਪੈਣਗੇ S ਤੋਂ T ਤੱਕ ਦਾ ਡਿਸਟੈਂਸ ਕੱਢਣ ਲਈ। 2 ਡਿਸੀਜਨ ਕਿਉਂ, ਕਿਉਂਕਿ 4 - 2 = 2। ਤੁਸੀਂ ਦੇਖ ਲਓ, ਪਹਿਲਾ ਡਿਸੀਜਨ ਮੈਨੂੰ ਇੱਥੇ ਲੈਣਾ ਪਿਆ ਇਸ ਸਟੇਜ ਦੇ ਵਿੱਚ, ਦੂਸਰਾ ਡਿਸੀਜਨ ਮੈਨੂੰ ਇਸ ਸਟੇਜ ਦੇ ਵਿੱਚ ਲੈਣਾ ਪਿਆ। ਇਸ ਸਟੇਜ ਤੇ ਜਦੋਂ ਆਪਾਂ ਪਹੁੰਚੇ ਤਾਂ ਮੈਨੂੰ ਆ ਡਿਸਟੈਂਸ ਸਾਰੇ ਪਤਾ ਸੀਗੇ, ਇਸ ਤੋਂ ਬਾਅਦ ਮੈਂ ਬੈਕਵਰਡ ਪੋਜੀਸ਼ਨ ਸੋਲੂਸ਼ਨ ਫਾਈਂਡ ਆਊਟ ਕਰਨਾ ਸ਼ੁਰੂ ਕਰਤਾ। ਤਾਂ
ਸਿੰਪਲ ਜੀ ਗੱਲ ਕੀ ਹੈ ਕਿ ਜੇ k ਸਟੇਜ ਗ੍ਰਾਫ ਹੋਏਗਾ ਤਾਂ ਮੈਨੂੰ k-2 ਡਿਸੀਜਨ ਲੈਣੇ ਪੈਣਗੇ ਉਹਨੂੰ ਸੋਲਵ ਕਰਨ ਲਈ। k-2 ਕੇ ਜੇ ਮੈਂ S ਤੇ ਖੜਾ ਤਾਂ ਮੈਂ ਕਿੱਧਰ ਨੂੰ ਜਾਣਾ, ਜੇ ਮੈਂ A ਤੇ ਖੜਾ ਤਾਂ ਮੈਂ ਕਿੱਧਰ ਨੂੰ ਜਾਣਾ, ਜੇ ਮੈਂ D ਤੇ ਖੜਾ ਤਾਂ ਅਗਲਾ ਡਿਸਟੈਂਸ ਤਾਂ ਮੈਨੂੰ ਪਤਾ ਹੀ ਹੈ। ਠੀਕ ਹੈ, ਸੋ ਇਹ ਜਿਹੜਾ k ਸਟੇਜ ਗ੍ਰਾਫ ਦੇ ਵਿੱਚ k-2 ਡਿਸੀਜਨ ਲੈਣ ਦੀ ਗੱਲ ਜਿਹੜੀ ਇਹਦੇ ਚ ਕਲੀਅਰ ਹੁੰਦੀ ਹੈ। ਸੋ ith ਡਿਸੀਜਨ ਕਿਸੇ ਵੀ ਸਟੈਪ ਤੇ ਜਦੋਂ ਆਪਾਂ ith ਡਿਸੀਜਨ ਲੈ ਰਹੇ ਹਾਂ ਤਾਂ ਉਹਦੇ ਵਿੱਚ ਕੀ ਡਿਟਰਮਾਈਨ ਕਰਨਾ ਹੈ, ਵਿਚ ਵਰਟੈਕਸ ਇਨ ਸੈਟ i+1। ਜਦੋਂ ਮੈਂ ਇੱਥੇ ਖੜਾ ਫਰਸਟ ਡਿਸੀਜਨ ਲੈਣਾ ਹੈ ਤਾਂ ਮੈਂ ਕੀ ਦੇਖਣਾ ਹੈ ਕਿ set i+1 means v2, that means stage 2, stage 2 ਦੇ ਅੰਦਰ ਇੱਥੋਂ ਮੈਂ ਕਿਹੜੀ ਨੋਡ ਤੇ ਜਾਣਾ, A ਤੇ ਜਾਣਾ, B ਤੇ ਜਾਣਾ ਕਿ C ਤੇ ਜਾਣਾ। ਸੋ ith decision involve, ਇਸ decision ਚ ਕੀ ਹੋਏਗਾ, we will determine which vertex in set i+1 is on the path, ਕਿ ਇਹਨਾਂ ਚੋਂ ਕਿਹੜਾ vertex ਜਿਹੜਾ ਹੈ ਉਹ ਮੇਰੇ ਪਾਥ ਦੇ ਵਿੱਚ ਆਏਗਾ, ਬਾਕੀ ਦੇ vertex ਨੂੰ ਮੈਂ ਛੱਡ ਦੇਣਾ ਹੈ। ਠੀਕ ਹੈ, ਤਾਂ ਉਹ ਜਿਹੜੀ ਚੀਜ਼ ਹੈ ਉਹ ਆਪਾਂ ਕਾਸਟ ਤੋਂ ਫਾਈਂਡ ਆਊਟ ਕਰਾਂਗੇ। ਹੁਣ ਕਾਸਟ ਆਫ ij ਇਹਦਾ ਮਤਲਬ ਕੀ ਹੈ, ਕਾਸਟ ij ਜੇ ਮੈਂ ਲਿਖਿਆ, what is the meaning of this notation, it is the cost of path from node j in stage I। ਇੱਥੇ ਜਿਹੜੀ I ਹੈ that is the stage number, j ਜਿਹੜਾ ਹੈ ਉਹ ਆਪਣਾ ਨੋਡ ਨੰਬਰ ਹੈ। ਸੋ I is the stage number, j is the node number। ਇਸ ਚੀਜ਼ ਨੂੰ ਧਿਆਨ ਨਾਲ ਸਮਝ ਲਓ, ਇਸੇ ਚੀਜ਼ ਦੇ ਉੱਤੇ ਸਾਰੀ ਪ੍ਰੋਬਲਮ ਦਾ ਸੋਲੂਸ਼ਨ ਬੇਸਡ ਹੈ ਇਸ ਨੋਟੇਸ਼ਨ ਦੇ ਉੱਪਰ। cost ij ਦਾ ਮਤਲਬ ਕੀ ਹੈ, ਇਟ ਇਜ਼ ਅ ਕਾਸਟ ਆਫ ਪਾਥ ਫਰੋਮ ਨੋਡ j ਟੂ ਸਟੇਜ ਇਨ ਸਟੇਜ I ਟੂ ਟਾਰਗੇਟ t। ਸੋ ਦੈਟ ਮੀਨਸ ਜੇ ਮੈਂ ਲਿਖਿਆ ਕਾਸਟ ਆਪਣਾ ਹੈਗਾ ਕਾਸਟ 2, b, ਇਹਦਾ ਕੀ ਮਤਲਬ ਹੋਏਗਾ, ਤੁਹਾਡੇ ਹਿਸਾਬ ਨਾਲ ਕੀ ਸਮਝ ਲੱਗੀ। ਕਾਸਟ 2, b ਮੀਨਸ ਸੈਕਿੰਡ ਸਟੇਜ ਤੋਂ ਜਿਹੜੀ ਮੇਰੀ B ਨੋਡ ਹੈ ਉੱਥੇ ਤੋਂ ਟਾਰਗੇਟ ਤੱਕ ਦਾ ਡਿਸਟੈਂਸ ਜਿਹੜਾ ਹੈ ਉਹ ਕਿੰਨਾ ਹੈ। ਠੀਕ ਹੈ, ਸੋ ਇਹ ਜਿਹੜੀ ਨੋਟੇਸ਼ਨ ਹੈ, this is for cost of path from node j to in stage I to target t। ਸੋ ਇਹਦੇ ਵਿੱਚ ਜਿਹੜੀ ਪਹਿਲੇ ਨੰਬਰ ਤੇ ਲਿਖ ਰਹੇ ਹਾਂ ਉਹ ਆਪਾਂ ਸਟੇਜ ਨੰਬਰ ਲਿਖ ਰਹੇ ਹਾਂ, ਸੈਕਿੰਡ ਨੰਬਰ ਤੇ ਆਪਾਂ ਨੋਡ ਨੰਬਰ ਲਿਖਿਆ ਜਾ ਰਿਹਾ ਹੈ ਜਾਂ ਨੋਡ ਦਾ ਨਾਮ ਲਿਖਿਆ ਜਾ ਰਿਹਾ ਹੈ। ਸੋ cost ij ਜੇ ਫੋਰ ਐਗਜ਼ਾਮਪਲ ਕੋਸਟ 2b ਦਾ ਮਤਲਬ ਕੀ ਹੈ ਕਿ ਸੈਕਿੰਡ ਸਟੇਜ B ਨੋਡ। ਠੀਕ ਹੈ, ਕੋਸਟ 3f ਦਾ ਮਤਲਬ ਕੀ ਹੈ ਕਿ ਥਰਡ ਸਟੇਜ ਤੇ ਕਿਹੜੀ ਨੋਡ, F ਨੋਡ। ਠੀਕ ਹੈ, ਉਸ ਨੋਡ ਤੋਂ ਟਾਰਗੇਟ ਤੱਕ ਪਹੁੰਚਣ ਦਾ ਰਸਤਾ ਕੀ ਹੈ, ਔਰ ਆਪਾਂ ਕੱਢਣਾ ਕੀ ਹੈ, ਵੀ ਵਾਂਟ ਟੂ ਫਾਈਂਡ ਕੋਸਟ 1, s ਕਿ ਫਰਸਟ ਸਟੇਜ ਦੇ ਵਿੱਚ ਜਿਹੜੀ S ਨੋਡ ਹੈ ਉਹਦਾ ਟਾਰਗੇਟ ਤੱਕ ਪਹੁੰਚਣ ਦੀ ਕਾਸਟ ਜਿਹੜੀ ਆ ਉਹ ਕਿੰਨੀ ਹੈ, ਆਪਾਂ ਨੇ ਇਹ ਫਾਈਂਡ ਆਊਟ ਕਰਨਾ ਹੈ। ਓਕੇ, ਸੋ ਇਹਨੂੰ ਕਿਵੇਂ ਫਾਈਂਡ ਆਊਟ ਕਰਨਾ ਹੈ, ਜਦੋਂ ਆਪਾਂ ਫਾਰਵਰਡ ਰੀਜ਼ਨਿੰਗ ਕਰਦੇ ਹਾਂ, ਜਿਹਨੂੰ ਆਪਾਂ ਫਾਰਵਰਡ ਅਪਰੋਚ ਕਰਦੇ ਹਾਂ, ਜਿਹਨੂੰ ਆਪਾਂ ਬੈਕਵਰਡ ਰੀਜ਼ਨਿੰਗ ਵੀ ਕਹਿੰਦੇ ਆ, ਉਹਦਾ ਜਿਹੜਾ ਫਾਰਮੂਲਾ ਹੈ ਕੋਸਟ ij ਦਾ, that will be minimum of path length jk plus cost i+1k। ਸੋ ijth ਕੋਸਟ ਜਿਹੜੀ ਹੈ ਉਹ ਕਿਵੇਂ ਕੱਢਾਂਗੇ, j ਤੋਂ k, I ਕੀ ਹੈ, I ਹੈ ਆਪਣੀ ਸਟੇਜ, j ਹੈ ਆਪਣੀ that is node from the current stage। ਕਰੰਟ ਸਟੇਜ, ਹੁਣ ਜਿਹੜੀ ਸਟੇਜ ਵਿੱਚ ਖੜੇ ਆ, ਪਹਿਲੀ ਸਟੇਜ, ਦੂਜੀ ਸਟੇਜ, ਤੀਜੀ ਸਟੇਜ, ਜਿਹੜੀ ਵੀ ਸਟੇਜ ਦੀ ਗੱਲ ਕਰ ਰਹੇ ਆ ਉਸ ਸਟੇਜ ਦੇ ਵਿੱਚ ਜਿਹੜੀ jth ਨੋਡ ਹੈ ਉਹਦੀ ਉਹ j ਹੈ ਆਪਣੀ, ਐਂਡ k ਕੀ ਚੀਜ਼ ਹੈ, ਇਟ ਇਜ਼ ਅ ਨੋਡ ਫਰੋਮ ਨੈਕਸਟ ਸਟੇਜ, ਅਗਲੀ ਸਟੇਜ ਦੇ ਵਿੱਚ ਜਿਹੜੀ ਨੋਡ ਹੈ ਤੇ ਉਹਨੂੰ ਆਪਾਂ k ਦੇ ਨਾਲ ਡਿਨੋਟ ਕਰਦੇ ਹਾਂ। ਸੋ ਕੀ ਹੋਏਗਾ, ਪਾਥ ਲੈਂਥ ਆਫ jk ਦਾ ਕੀ ਮਤਲਬ ਹੋ ਗਿਆ, ਇਟ ਇਜ਼ ਅ ਕਾਸਟ ਫਰੋਮ jth ਨੋਡ ਟੂ ਅ ਨੋਡ ਇਨ ਦਾ ਨੈਕਸਟ ਸੈਟ, ਕਿ jth ਨੋਡ ਤੋਂ ਅਗਲੀ ਸਟੇਜ ਦੇ ਵਿੱਚ ਜਿਹੜੀ ਕੋਈ ਨੋਡ ਹੈ ਉੱਥੇ ਤੱਕ ਦਾ ਪਾਥ। ਔਰ i+1k ਕੀ ਹੋ ਗਿਆ ਕਿ ਅਗਲੀ ਸਟੇਜ, i+1 ਕੀ ਹੈ, ਨੈਕਸਟ ਸਟੇਜ ਦੇ ਵਿੱਚ ਜਿਹੜੀ kth ਨੋਡ ਹੈ, ਨੈਕਸਟ ਸਟੇਜ ਦੇ ਵਿੱਚ ਜਿਹੜੀ kth ਨੋਡ ਹੈ ਉੱਥੋਂ ਟਾਰਗੇਟ ਤੱਕ ਦਾ ਜੋ ਡਿਸਟੈਂਸ ਹੈ ਉਹ ਆਪਣਾ ਇਹ ਵਾਲਾ ਕਾਸਟ ਹੈ। ਸੋ ਇਹਨਾਂ ਦੋਨਾਂ ਨੂੰ ਐਡ ਕਰਾਂਗੇ ਤਾਂ ਆਪਣੇ ਕੋਲ ijth ਨੋਡ ਦੀ ਜਿਹੜੀ ਕੋਸਟ ਹੈ ਉਹ ਨਿਕਲ ਕੇ ਆਏਗੀ। ਹੁਣ ਇਹਨੂੰ ਆਪਾਂ ਪ੍ਰੈਕਟੀਕਲੀ ਇੰਪਲੀਮੈਂਟ ਕਰਦੇ ਹਾਂ, ਧਿਆਨ ਨਾਲ ਦੇਖੋ, ਬੜਾ ਈਜ਼ੀ ਹੈ। ਜੇ ਤੁਸੀਂ ਇਸ ਸਵਾਲ ਨੂੰ ਸਮਝ ਲਿਆ ਤਾਂ ਬਹੁਤ ਵੱਡੀ ਤੁਸੀਂ ਇੱਕ ਟੈਕਨੀਕ ਸਮਝ ਲਓਗੇ ਜਿਹਦੇ ਨਾਲ ਤੁਹਾਨੂੰ ਪੇਪਰ ਦੇ ਵਿੱਚ ਵੀ ਬਹੁਤ ਸੌਖਾ ਰਹੇਗਾ।
cost ij is equal to minimum of path length jk plus cost I plus 1k. So this is our formula ਜਿਹੜਾ ਕਿ ਆਪਾਂ ਹਰ ਸਟੇਜ ਦੇ ਵਿੱਚ ਅਪਲਾਈ ਕਰਨਾ ਹੈ to find the shortest path from s to t, source ਤੋਂ ਲੈ ਕੇ ਟਾਰਗੇਟ ਤੱਕ shortest path ਆਪਾਂ ਲੱਭ ਰਹੇ ਹਾਂ। shortest distance can be found by starting from the last node, ਜਿਵੇਂ ਕਿ ਆਪਾਂ ਪਹਿਲਾਂ ਗੱਲ ਕੀਤੀ forward approach ਮਤਲਬ ਕਿ backward reasoning, ਠੀਕ ਹੈ। ਸੋ ਆਪਾਂ ਸਟਾਰਟ ਕਰਨਾ ਲਾਸਟ ਨੋਡ ਤੋਂ। ਲਾਸਟ ਨੋਡ ਹੈ ਆਪਣੀ फोर्थ स्टेज ਦੇ ਵਿੱਚ, ਉਹ ਲਿਖਾਂਗੇ ਕੋਸਟ ਆਫ 4t, ਨੋਡ ਦਾ ਨਾਮ ਹੈ t, ਸਟੇਜ ਦਾ ਨਾਮ ਹੈ 4, ਨੋਡ ਦਾ ਨਾਮ ਹੈ t, ਤੇ ਕਿਉਂਕਿ ਇਹ ਆਪਣੀ ਹੀ ਨੋਡ ਹੈ ਤੇ ਆਪਣੇ ਤੱਕ ਦਾ ਉਹਦਾ ਡਿਸਟੈਂਸ ਜਿਹੜਾ ਹੈ that is 0। ਇਹ ਆਪਾਂ ਨੂੰ ਪਤਾ ਹੈ ਕਿ ਫੋਰਥ ਸਟੇਜ ਦੇ ਵਿੱਚ ਲਾਸਟ ਨੋਡ ਜਿਹੜੀ ਹੈਗੀ ਆ ਉੱਥੇ ਲਾਸਟ ਨੋਡ ਤੋਂ ਲਾਸਟ ਨੋਡ ਤੱਕ ਪਹੁੰਚਣ ਦਾ ਜਿਹੜਾ ਡਿਸਟੈਂਸ ਹੋਏਗਾ that will be 0, ਕਾਸਟ ਜਿਹੜੀ ਆ ਉਹ 0 ਕਿਉਂਕਿ ਆਪਾਂ ਆਲਰੇਡੀ ਉੱਥੇ ਖੜੇ ਆ। then move to stage 3, ਚੌਥੀ ਸਟੇਜ ਤੋਂ ਤੀਸਰੀ ਸਟੇਜ ਤੇ ਆ ਗਏ। ਤੀਸਰੀ ਸਟੇਜ ਦੇ ਵਿੱਚ ਮੇਰੇ ਕੋਲ 3 ਨੋਡ ਨੇ। here I is equal to 3, I ਕੀ ਹੈ ਮੇਰਾ ਸਟੇਜ ਨੰਬਰ, so I is my 3। J ਕੀ ਚੀਜ਼ ਹੈ, these are the nodes in stage 3। ਹੁਣ ਇੱਥੇ ਮੇਰੇ ਕੋਲ 3 ਨੋਡ ਹੈ D, E and F, ਤੇ K ਕੀ ਚੀਜ਼ ਹੈ, it is nodes in the next stage। ਤਾਂ ਸਟੇਜ 3 ਦੀ ਨੈਕਸਟ ਸਟੇਜ ਹੈ ਸਟੇਜ 4, ਔਰ ਉਹਦੇ ਵਿੱਚ ਮੇਰੇ ਕੋਲ ਇੱਕੋ ਹੀ ਨੋਡ ਹੈ ਜਿਹਦਾ ਨਾਮ ਹੈ T। ਓਕੇ, ਹੁਣ J ਦੀ ਵੈਲਿਊ ਜਦੋਂ D ਹੋਏਗੀ, when the value of J is D, the path length of JK, ਜਿਹੜਾ ਆ ਫਰਸਟ ਫਾਰਮੂਲੇ ਦੇ ਪਹਿਲਾ ਪਾਰਟ ਹੈ, J ਦੀ ਵੈਲਿਊ ਹੈ ਮੇਰੀ D, that means path length of JK means distance from D to T। J ਦੀ ਵੈਲਿਊ D ਹੈ, J ਦੀ ਵੈਲਿਊ D ਹੈ and K ਦੀ ਵੈਲਿਊ T ਹੈ। ਆਪਾਂ ਹੁਣੇ ਲਿਖਿਆ K ਦੀ ਵੈਲਿਊ ਹੈ T। So path length of JK is the distance from node D to T, which is basically ਆਪਾਂ ਨੂੰ ਪਤਾ ਹੈ 18। Okay, and cost I plus 1K, cost I plus 1K ਕਿਵੇਂ ਕੈਲਕੂਲੇਟ ਹੋਏਗਾ, ਜਿਹੜਾ ਇਹ ਸੈਕਿੰਡ ਪਾਰਟ ਹੈ cost I plus 1K, ਇਹ ਹੋਏਗਾ ਕੈਲਕੂਲੇਟ। I ਦੀ ਵੈਲਿਊ ਹੈ ਮੇਰੇ ਕੋਲ 3, 3 plus 1 4, ਇਹ ਹੋ ਗਿਆ 4। K ਦੀ ਵੈਲਿਊ ਮੇਰੇ ਕੋਲ ਹੈ T, 4, T, cost 4, T ਮੈਂ ਆਲਰੇਡੀ ਕੈਲਕੂਲੇਟ ਕੀਤੀ ਹੈ which is 0, ਤਾਂ ਮੈਂ ਇੱਥੇ ਲਿਖਾਂਗਾ 0। ਸੋ ਫਾਰਮੂਲਾ ਜਿਹੜਾ cost IJ, cost 3D ਮੈਂ ਕੈਲਕੂਲੇਟ ਕਰਨ ਲੱਗਿਆ, 3, D, third stage dth node, ਉਹਦੀ cost ਨਿਕਲ ਗਈ minimum 18 plus 0 that is equal to 18। ਕੋਈ ਚੀਜ਼ ਨਾ ਪਤਾ ਲੱਗੀ ਹੋਵੇ ਇੱਥੇ ਤੱਕ? ਜੇ ਪਤਾ ਲੱਗ ਗਈ ਤਾਂ ਮੈਨੂੰ ਕੱਢ ਕੇ ਦਿਖਾਓ ਫਟਾਫਟ cost 3, E, cost 3, E, cost 3, E ਕੀ ਹੋਏਗੀ? E, ਇੱਥੇ J ਦੀ ਵੈਲਿਊ ਹੋਗੀ E, ਇੱਥੇ ਆਪਾਂ ਚੇਂਜ ਕਰ ਦਾਂਗੇ, J ਦੀ ਵੈਲਿਊ ਹੋਗੀ E, then path length of E, T, path length of E, T ਕਿੰਨਾ ਆ ਗਿਆ 13, ਠੀਕ ਹੈ, ਇਹ ਆਪਣੇ ਕੋਲ 13 ਹੈ। and ਇਹਦੇ ਚ ਕੀ ਐਡ ਕਰਾਂਗੇ, cost I plus 1K ਉਹ ਸੇਮ ਰਹੇਗਾ 4T 0, ਤਾਂ cost 3E ਕੀ ਹੋਇਆ, minimum of 13 plus 0 that is equal to 13। ਕਿਸੇ ਨੂੰ ਨਾ ਪਤਾ ਲੱਗਿਆ ਹੋਵੇ? ਜੇ ਪਤਾ ਲੱਗ ਗਿਆ ਤਾਂ ਮੈਨੂੰ cost of ਕਾਦੀ ਕੱਢ ਕੇ ਦਿਖਾਣੀ ਹੈ 3, F, cost of 3, F ਕੱਢ ਕੇ ਦੱਸੋ ਫਟਾਫਟ। Fast ਕਿੰਨਾ ਆ ਗਿਆ 16, 2, ਠੀਕ ਹੈ। ਸੋ ਆਈ ਹੋਪ ਕਲੀਅਰ ਹੋ ਗਿਆ ਸਾਰਿਆਂ ਨੂੰ। ਇਹ ਮੇਰਾ ਕੋਲ ਨੈਕਸਟ ਸਟੈਪ ਹੈ ਜਿਹਦੇ ਮੈਂ J ਦੀ ਵੈਲਿਊ E ਰੱਖੀ ਹੈ, ਤਾਂ ਮੈਂ cost 3E ਕੈਲਕੂਲੇਟ ਕਰ ਰਹੀ 13 plus 0। ਸਿਮਿਲਰਲੀ ਅਗਲਾ ਸਟੈਪ J ਦੀ ਵੈਲਿਊ ਜਦੋਂ F ਹੋਏਗੀ ਤਾਂ ਮੇਰੇ ਕੋਲ cost 3F ਹੋਏਗੀ 2 plus 0 that is equal to 2। ਸੋ ਇੱਕ ਸਟੇਜ 3 ਦੀਆਂ ਜਿੰਨੀਆਂ ਨੋਟ ਸੀ ਸਾਰੀਆਂ ਕਵਰ ਹੋ ਗਈਆਂ। ਇਸ ਸਟੈਪ ਤੇ ਆ ਕੇ ਮੇਰੇ ਕੋਲ ਕੀ ਪਤਾ ਲੱਗ ਗਿਆ, 4T 0 ਹੈ, 3D 18 ਹੈ, 3E 13 ਹੈ, 3F ਜਿਹੜਾ ਹੈ ਉਹ 2 ਹੈ। ਸਟੇਜ 3 ਖਤਮ ਹੋ ਗਿਆ, ਹੁਣ ਮੈਂ ਸਟੇਜ 2 ਤੇ ਆਵਾਂਗਾ। ਨਾਓ ਮੂਵ ਟੂ ਸਟੇਜ 2। ਸਟੇਜ 2 ਦੇ ਵਿੱਚ I ਦੀ ਵੈਲਿਊ ਹੋਗੀ ਮੇਰੇ ਕੋਲ 2, J ਕੀ ਚੀਜ਼ ਹੈ, ਇਟ ਇਜ਼ ਦ ਨੋਡ ਇਨ ਸਟੇਜ 2। ਸਟੇਜ 2 ਦੇ ਵਿੱਚ ਕਿਹੜੀਆਂ ਨੋਡ ਨੇ, A, B and C, ਮੇਰੇ ਕੋਲ 3 ਨੋਡਸ ਹੈਗੀਆਂ ਨੇ ਇਹਦੇ ਵਿੱਚ। ਐਂਡ K ਕੀ ਚੀਜ਼ ਹੈ, these are the nodes in next stage। ਅਗਲੀ ਸਟੇਜ ਦੇ ਵਿੱਚ ਵੀ ਮੇਰੇ ਕੋਲ 3 ਨੋਡਸ ਹੈਗੀਆਂ ਨੇ, that is D, E and F, these are the D, E and F। ਠੀਕ ਹੈ, ਹੁਣ ਕੀ ਕਰਨਾ ਹੈ, ਹੁਣ ਮੈਂ ਸਾਰਿਆਂ ਚੋਂ ਸਾਰਿਆਂ ਦੇ ਪਾਥ ਕੱਢਣੇ ਆ। ਦੇਖੋ ਹੁਣ ਬੜੇ ਧਿਆਨ ਨਾਲ, ਬਹੁਤ ਈਜ਼ੀ ਹੈ, ਕੋਈ ਜ਼ਿਆਦਾ ਔਖਾ ਕੰਮ ਨਹੀਂ ਹੈਗਾ।
फार्मूला ਉਹੀ ਚੱਲਣਾ ਆਪਣੇ ਕੋਲ, फार्मूला ਉਹੀ ਚੱਲਣਾ। ਓਕੇ, ਸੋ ਸਭ ਤੋਂ ਪਹਿਲਾਂ ਆਪਾਂ ਜੇ ਦੇ ਵਿੱਚ a ਨੂੰ ਕੰਸੀਡਰ ਕਰਕੇ ਚੱਲਦੇ ਹਾਂ ਕਿ ਮੰਨ ਲਓ ਜੇ ਦੇ ਵਿੱਚ ਮੇਰੇ ਕੋਲ a ਹੈ ਤੇ k ਦੇ ਵਿੱਚੋਂ ਮੈਂ ਇੱਕ ਨੋਡ d ਸਿਲੈਕਟ ਕਰ ਲੈਣਾ, k ਤੋਂ ਦੇ ਵਿੱਚੋਂ ਮੈਂ d ਸਿਲੈਕਟ ਕਰਾਂਗਾ। ਹੁਣ a ਤੋਂ d ਤੱਕ ਪਾਥ ਜਾ ਰਿਹਾ, a ਤੋਂ e ਤੱਕ ਪਾਥ ਜਾ ਰਿਹਾ, ਤਾਂ ਮੈਨੂੰ ਦੋਨਾਂ ਦੇ ਵਿੱਚੋਂ ਮਿਨੀਮਮ ਫਾਈਂਡ ਆਊਟ ਕਰਨਾ ਹੈ। ਸੋ ਸਭ ਤੋਂ ਪਹਿਲਾਂ ਮੈਂ a ਤੋਂ d ਤੱਕ ਦਾ ਪਾਥ ਲੱਭਾਂਗਾ। ਸੋ a ਤੋਂ d ਤੱਕ ਦਾ ਪਾਥ ਜਿਹੜਾ ਹੈਗਾ ਦੈਟ ਇਜ਼ ਪਾਥ ਲੈਂਥ jk। ਹੁਣ ਇੱਥੇ ਕੀ ਬਣ ਗਈ, ਜਦੋਂ ਮੇਰੀ ਨੋਡ a ਹੈ ਤੇ k ਦੀ ਵੈਲਿਊ d ਹੈ, ਤਾਂ ਪਾਥ ਲੈਂਥ ਆਫ a to d ਮੈਨੂੰ ਪਤਾ ਹੈ 4 ਹੈ, ਦੈਟ ਇਜ਼ 4 ਐਂਡ ਕੋਸਟ ਆਫ i plus 1 k, i plus 1, i ਦੀ ਵੈਲਿਊ 2 ਹੈ, i plus 1 ਹੋ ਗਿਆ 3, ਕੌਮਾ k ਦੀ ਵੈਲਿਊ ਮੈਂ d ਰੱਖੀ ਹੋਈ ਹੈ, ਤਾਂ ਕੋਸਟ ਆਫ 3d that means ਉਹ ਆਪਾਂ ਨੂੰ ਆਲਰੇਡੀ ਪਤਾ ਹੈ, ਉਹ ਆਪਣੇ ਕੋਲ ਹੈ 18। ਠੀਕ ਹੈ, ਤਾਂ ਕੋਸਟ ਆਫ a ਤੋਂ ਲੈ ਕੇ t ਤੱਕ that means ਕੀ ਕੱਢਿਆ ਆਪਾਂ ਨੇ, ਕੀ ਕੱਢਿਆ ਇੱਥੋਂ, ਕੀ ਨਿਕਲ ਕੇ ਆਏਗਾ, ਕੀ ਕੱਢ ਸਕਦੇ ਆਪਾਂ, cost ਕੀ ਕੱਢ ਸਕਦੇ ਆ, ਕੋਸਟ ਕੀ ਨਿਕਲੇਗੀ 4 ਪਲੱਸ ਕੋਸਟ 3d ਕਿੰਨਾ ਹੈ 18। ਠੀਕ ਹੈ, ਜੇ ਆਪਾਂ ਆਹ ਵਾਲਾ ਪਾਥ ਫੋਲੋ ਕਰਦੇ ਆ ਤਾਂ ਮੇਰੀ ਲੈਂਥ ਨਿਕਲਦੀ ਹੈ 18, ਔਰ ਜੇ ਆਪਾਂ a e ਔਰ t ਦਾ ਵਾਲਾ ਪਾਥ ਫੋਲੋ ਕਰਦੇ ਆ ਫਿਰ ਮੇਰੀ ਲੈਂਥ ਕਿੰਨੀ ਨਿਕਲੇਗੀ, ਜਦੋਂ ਮੈਂ k ਦੀ ਵੈਲਿਊ e ਰੱਖੀ, ਸੈਕੰਡ ਸਟੈਪ ਇੱਥੇ ਮੈਂ k ਦੀ ਵੈਲਿਊ d ਸੀਗੀ। ਠੀਕ ਹੈ, ਸੋ ਇੱਥੇ k ਦੀ ਵੈਲਿਊ d ਸੀ, ਇਹਨੂੰ ਮੈਂ ਚੇਂਜ ਕਰਕੇ k ਦੀ ਵੈਲਿਊ e ਕੀਤਾ, ਤਾਂ ਮੇਰੀ ਪਾਥ ਲੈਂਥ jk ਕੀ ਹੋਏਗਾ, ਡਿਸਟੈਂਸ ਫਰੋਮ a to e ਜਿਹੜਾ ਕਿ 11 ਹੈ, ਤੇ ਕੋਸਟ i plus 1 k ਮੀਨਸ ਕੋਸਟ 3 e ਜਿਹੜੀ ਕਿ ਮੈਂ ਆਲਰੇਡੀ ਕੈਲਕੂਲੇਟ ਕੀਤੀ ਹੋਈ ਹੈ 13, ਤਾਂ ਇੱਥੇ ਮੇਰੀ ਜਿਹੜੀ ਕੋਸਟ ਨਿਕਲੇਗੀ 13 ਪਲੱਸ ਕਿੰਨਾ ਨਿਕਲੇਗਾ 11, ਸੋ ਇਹ ਮੇਰੀ ਨਿਕਲੇਗੀ 11 ਪਲੱਸ 13। ਇਹ ਮੇਰੀ ਸੈਕੰਡ ਪਾਥ ਦੀ, ਇਹ ਪਹਿਲੇ ਪਾਥ ਦੀ ਕੋਸਟ ਹੈ, ਇਹ ਹੈਗੀ ਹੈ ADT ਦੀ ਕੋਸਟ, ਇਹ ਹੈਗੀ ਹੈ AET ਦੀ ਕੋਸਟ। ਤਾਂ ਆਪਾਂ A ਤੋਂ ਕੋਸਟ ਆਫ 2, A, ਕੋਸਟ ਆਫ 2, A, 2 ਮੀਨਸ ਸੈਕੰਡ ਸਟੇਜ A ਨੋਡ ਕੀ ਹੋਏਗੀ, ਇਹਨਾਂ ਦੋਨਾਂ ਦਾ ਮਿਨੀਮਮ। ਫਾਰਮੂਲਾ ਕੀ ਕਹਿ ਰਿਹਾ, ਮਿਨੀਮਮ ਆਫ ਆਲ ਥੀਸ ਪਾਥ, ਸੋ ਮਿਨੀਮਮ ਆਫ ਦਿਸ ਐਂਡ ਦਿਸ, ਇਹਨਾਂ ਦੋਨਾਂ ਚੋਂ ਮਿਨੀਮਮ ਕਿਹੜਾ ਹੈ, ਕਿਹੜਾ ਬਣ ਰਿਹਾ ਆਪਣਾ 2, A, ਮਿਨੀਮਮ ਇਜ਼ 4 plus 18 11 plus 13, ਤਾਂ ਮਿਨੀਮਮ ਕੀ ਹੋ ਗਿਆ 22, ਤੇ 24 ਦੇ ਵਿੱਚੋਂ 22 ਮਿਨੀਮਮ ਹੈ। ਠੀਕ ਹੈ, ਸੋ ਕੋਸਟ ਆਫ 2a will be 22। ਆਈ ਹੋਪ ਇਟ ਇਜ਼ ਕਲੀਅਰ। ਕੋਈ ਚੀਜ਼ ਨਾ ਪਤਾ ਲੱਗੀ ਹੋਵੇ, ਸੋ ਆਪਾਂ a ਨੋਡ ਤੋਂ ਅਗਲੀ ਨੋਡ ਤੱਕ d ਦਾ ਪਾਥ ਔਰ e ਦਾ ਪਾਥ, ਦੋ ਹੀ ਪਾਥ ਇੱਥੋਂ ਲੰਘਦੇ ਸੀਗੇ। ਸੋ ਮੈਂ ਇੱਥੇ ਪਹਿਲਾਂ d ਰੱਖਿਆ, ਠੀਕ ਹੈ, ਇੱਥੇ ਪਹਿਲਾਂ d ਰੱਖਿਆ, ਫਿਰ ਇੱਥੇ e ਰੱਖਿਆ, ਦੋਨੋਂ ਪਾਥ ਦੀ ਕੈਲਕੂਲੇਸ਼ਨ ਕਰਨ ਤੋਂ ਬਾਅਦ ਦੋਨਾਂ ਦੇ ਵਿੱਚੋਂ ਮਿਨੀਮਮ ਕੈਲਕੂਲੇਟ ਕਰ ਲਿਆ। ਇਸ ਤੋਂ ਨੈਕਸਟ ਸਟੇਜ, ਨੈਕਸਟ ਕੀ ਹੋਏਗਾ ਕਿ ਜਦੋਂ j ਦੀ ਵੈਲਿਊ b ਹੈ, a ਦੀ ਥਾਂ a ਦਾ ਕੰਮ ਹੋ ਗਿਆ, ਹੁਣ ਜਦੋਂ j ਦੀ ਵੈਲਿਊ b ਹੈ ਤਾਂ ਅੱਗੇ k ਦੇ ਵਿੱਚ ਮੇਰੇ ਕੋਲ ਕਿਹੜੇ ਕਿਹੜੀਆਂ ਨੋਡ ਸਿਲੈਕਟ ਹੋ ਸਕਦੀਆਂ ਨੇ, ਕਿਉਂਕਿ b ਦੇ ਵਿੱਚੋਂ ਇਹ ਵਾਲਾ ਪਾਥ ਵੀ ਨਿਕਲ ਰਿਹਾ, ਇਹ ਵੀ ਨਿਕਲ ਰਿਹਾ, ਇਹ ਵੀ ਨਿਕਲ ਰਿਹਾ, ਤਾਂ ਮੈਂ ਇਹਨਾਂ ਤਿੰਨਾਂ ਨੋਡ ਨੂੰ ਵਾਰੋ ਵਾਰੀ ਕੰਸੀਡਰ ਕਰਾਂਗਾ। ਠੀਕ, ਸੋ ਸਿਮਿਲਰਲੀ ਵੀ ਕੈਨ ਫਾਈਂਡ ਦਾ ਕੋਸਟ ਆਫ 2b। ਤਾਂ ਮੇਰੇ ਕੋਲ ਤਿੰਨ ਵੈਲਿਊਜ਼ ਆਣਗੀਆਂ। ਤਿੰਨ ਵੈਲਿਊਜ਼ ਕਿਉਂ ਆਣਗੀਆਂ, ਕਿਉਂਕਿ b ਤੋਂ ਤਿੰਨ ਰਸਤੇ ਨਿਕਲ ਰਹੇ ਆ, ਤੇ ਤਿੰਨੇ ਹੀ ਰਸਤੇ ਮੈਨੂੰ ਕੰਸੀਡਰ ਕਰਨੇ ਪੈਣੇ ਆ, ਤੇ ਤਿੰਨਾਂ ਦੇ ਵਿੱਚੋਂ ਜਿਹੜਾ ਮਿਨੀਮਮ ਹੈ ਉਹ ਕੱਢਣਾ ਪੈਣਾ ਹੈ। ਤਾਂ ਮੈਨੂੰ ਫਟਾਫਟ ਕੱਢ ਕੇ ਦੱਸੋ ਕਿ ਕੋਸਟ ਆਫ 2b ਕਿੰਨੀ ਹੋਏਗੀ। ਕੋਸਟ ਆਫ 2b ਕਰੋ ਕੈਲਕੂਲੇਟ ਫਟਾਫਟ। ਜਿਨ੍ਹਾਂ ਨੂੰ ਸਮਝ ਨਹੀਂ ਲੱਗਿਆ ਦੁਬਾਰਾ ਪੁੱਛ ਲਓ ਬੇਟਾ, ਜਿਨ੍ਹਾਂ ਨੂੰ ਸਮਝ ਨਹੀਂ ਲੱਗਿਆ। ਜੇ ਸਮਝ ਲੱਗ ਗਿਆ ਤਾਂ ਮੈਨੂੰ ਦੁਬਾਰਾ ਕਾਸਟ ਕੱਢ ਕੇ ਦੱਸੋ ਕਿ ਕਾਸਟ ਆਫ b ਤੋਂ t ਤੱਕ ਜਾਣ ਦੀ ਕੀ ਨਿਕਲ ਕੇ ਆਏਗੀ। ਤਾਂ ਸਭ ਤੋਂ ਪਹਿਲਾਂ ਆਪਾਂ ਇੱਥੇ ਕੀ ਲਿਖੀਏ, ਇਟ ਇਜ਼ 9 ਪਲੱਸ ਕਿੰਨਾ ਹੈ, ਇੱਥੇ ਤੱਕ ਦਾ ਡਿਸਟੈਂਸ 9 ਹੈ, ਔਰ ਪਲੱਸ ਕਾਸਟ ਆਫ, ਇੱਥੇ ਕੀ ਆਏਗਾ, ਕਾਸਟ ਆਫ ਕੀ ਲਿਖਾਂਗੇ, ਕਾਸਟ ਆਫ 3, ਥਰਡ ਸਟੇਜ ਡੀ ਨੋਡ। ਥਰਡ ਸਟੇਜ ਡੀ ਨੋਡ ਦੀ ਕੋਸਟ ਆਪਾਂ ਨੂੰ ਪਤਾ ਹੈ, ਸੋ ਇਹ ਆਪਣਾ ਆ ਗਿਆ 9 plus 18। ਸੈਕਿੰਡ ਕੇਸ 5 plus cost of 3, E 13 ਪਤਾ ਹੈ, ਆਪਾਂ ਲਿਖਾਂਗੇ 5 plus 13,
ਇੱਥੇ ਕੀ ਆ ਗਿਆ 16 प्लस बोलो फटाफट 2 cost of 3 comma f थर्ड स्टेज f नोड थर्ड स्टेज f नोड ਦੀ ਕਾਸਟ ਕਿੰਨੀ ਹੈ 2 ਤਾਂ ਇਹਨਾਂ ਦਾ 9 + 18 27 5 + 13 18 16 + 2 18 ਸੋ ਇਹਨਾਂ ਦੋਨਾਂ ਦੇ ਵਿੱਚ ਜਿਹੜਾ ਮਿਨੀਮਮ ਆ ਗਿਆ that is our ਤਿੰਨਾਂ ਦੇ ਵਿੱਚੋਂ ਜਿਹੜਾ ਮਿਨੀਮਮ ਹੈ that is our 18 so cost from 2 to b second stage b ਨੋਡ ਤੋਂ ਟਾਰਗੇਟ ਤੱਕ ਪਹੁੰਚਣ ਦੀ ਜਿਹੜੀ ਕਾਸਟ ਹੈ that is 18 ਸਿਮਿਲਰਲੀ 2c ਵੀ ਕੈਲਕੂਲੇਟ ਕਰਕੇ ਦਿਖਾਓ ਮੈਨੂੰ ਫਟਾਫਟ 2c ਕਿਵੇਂ ਨਿਕਲੇਗਾ ਸੈਕੰਡ ਸਟੇਜ 2 ਦਾ ਮਤਲਬ ਹੈ ਸੈਕੰਡ ਸਟੇਜ c ਨੋਡ ਦੀ ਜਿਹੜੀ ਕਾਸਟ ਹੈ that will be ਕਿਉਂਕਿ c ਨੋਡ ਤੋਂ ਇੱਕੋ ਹੀ ਰਸਤਾ ਨਿਕਲ ਰਿਹਾ ਹੈ ਤਾਂ ਇੱਥੇ ਇੱਕੋ ਹੀ ਵੈਲਿਊ ਆਏਗੀ ਉਹ ਵੈਲਿਊ ਕਿੰਨੀ ਹੈ 2 plus cost of third stage f node third stage f node ਦੀ cost ਆਪਾਂ ਨੂੰ ਪਤਾ ਹੈ 2 + 2 that is equal to 4 I hope it is clear Yes, sir. ਠੀਕ ਹੈ ਸੋ ਮੇਰੇ ਕੋਲ ਸੈਕੰਡ ਸਟੇਜ ਦੀਆਂ ਸਾਰੀਆਂ ਨੋਡ ਦਾ ਪਾਥ ਵੀ ਆ ਗਿਆ ਨਾਓ ਮੂਵ ਟੂ ਸਟੇਜ 1 ਸਟੇਜ 1 ਦੇ ਵਿੱਚ ਆਪਾਂ ਕੀ ਕਰਾਂਗੇ cost of 1s ਆਪਾਂ ਕੱਢਣਾ ਹੈ cost of 1 s ਕਿਵੇਂ ਕੱਢਾਂਗੇ cost of 1 s ਕੀ ਟੈਕਨੀਕ ਹੋਏਗੀ path of s to a plus cost of 2 a 2 a ठीक है ना path of this one plus cost of 2 b path this one plus cost of 2 c ਉਹ ਆਪਾਂ ਪਿਛਲੇ ਸਟੈਪ ਦੇ ਵਿੱਚ ਕੈਲਕੂਲੇਟ ਕਰ ਲਏ ਹੋਏ ਦੋਨੋਂ a ਵੀ ਕੈਲਕੂਲੇਟ ਕਰ ਲਿਆ ਹੋਇਆ ਹੈ ਹੁਣ ਮੈਨੂੰ ਦੱਸੋ ਕਿ ਸੋਰਸ ਤੋਂ ਟਾਰਗੇਟ ਤੱਕ ਦੀ ਮਿਨੀਮਮ ਕਾਸਟ ਕਿੰਨੀ ਨਿਕਲ ਕੇ ਆ ਰਹੀ ਹੈ Nine. 9 ਨਿਕਲ ਕੇ ਆ ਰਹੀ ਹੈ ਇੱਥੇ ਕੀ ਆਇਆ 1 Cost ਇਹ of ਆਪਣਾ 1 ਹੈ cases. ਪਲੱਸ ਕਾਸਟ ਆਫ 2a ਜਿਹੜਾ ਕਿ ਆਪਾਂ ਪਿਛਲੇ ਸਟੈਪ ਚ ਕੱਢਿਆ ਸੀ 22 1 + 22 ਇੱਥੇ ਕੀ ਆਏਗਾ 2 ਪਲੱਸ ਕਾਸਟ ਆਫ 2b ਕਿੰਨਾ ਹੈ 18. 18 और ਇੱਥੇ ਆ ਗਿਆ 5 ਪਲੱਸ ਕਾਸਟ ਆਫ 2c ਕਿੰਨਾ ਹੈ 4. 4 और ਇਹਨਾਂ ਸਾਰਿਆਂ ਜੋ ਮਿਨੀਮਮ ਕਿਹੜਾ ਹੈ 22 + 1 ਇਹ ਹੋ ਗਿਆ 23 18 ਇਹ ਹੋ ਗਿਆ 20 ਤੇ ਇਹ ਹੋ ਗਿਆ ਆਪਣਾ 9 ਤਾਂ ਮਿਨੀਮਮ ਕਾਸਟ ਵਾਲਾ ਕਿਹੜਾ ਹੈ 9 ਤੇ ਪਾਥ ਕਿਹੜਾ ਬਣਿਆ ਆਪਣਾ S ਤੋਂ C ਵੱਲ ਜਾਵਾਂਗੇ C ਤੋਂ F ਵੱਲ ਜਾਵਾਂਗੇ F ਤੋਂ T ਵੱਲ ਜਾਵਾਂਗੇ ਸੋ ਦਿਸ ਇਜ਼ ਮਾਈ ਪਾਥ ਉਹ ਪਾਥ ਕਿਵੇਂ ਲੱਭਣਾ ਹੈ ਕਿ ਇਹ ਜਿਹੜਾ ਮਿਨੀਮਮ ਆਪਾਂ ਕੈਲਕੂਲੇਟ ਕਰ ਰਹੇ ਆ ਇਹਦੇ ਵਿੱਚ ਮਿਨੀਮਮ ਕਿਹੜਾ ਸਿਲੈਕਟ ਕੀਤਾ ਸੀ 9 ਕਿਸ ਚੀਜ਼ ਦੀ ਵੈਲਿਊ ਸੀ 9 ਵੈਲਿਊ ਜਿਹੜੀ ਹੈ ਇਹਦੀ ਆਈ ਸੀ ਆਪਣੇ ਕੋਲ ਜਦੋਂ ਆਪਾਂ ਇੱਧਰ ਨੂੰ ਜਾਂਦੇ ਆ ਤਾਂ ਆਪਣੇ ਕੋਲ ਆਨਸਰ 9 ਆਇਆ ਸੀਗਾ ਸੋ ਆਪਾਂ S ਤੋਂ C ਸਿਲੈਕਟ ਕਰਾਂਗੇ C ਤੋਂ ਅੱਗੇ ਇੱਕੋ ਹੀ ਪਾਥ ਹੈ F ਸਿਲੈਕਟ ਕਰਾਂਗੇ F ਤੋਂ ਅੱਗੇ ਇੱਕੋ ਹੀ ਪਾਥ ਹੈ T ਸਿਲੈਕਟ ਕਰਾਂਗੇ ਸੋ S ਤੋਂ ਲੈ ਕੇ C ਤੋਂ F ਤੇ F ਤੋਂ T these are my path this is my path ਜਿਹੜਾ ਕਿ minimum cost path ਹੈ ਜਿਹੜਾ ਕਿ ਡਾਇਨਾਮਿਕ ਐਲਗੋਰਿਦਮ ਦੇ ਨਾਲ ਨਿਕਲਿਆ ਗ੍ਰੀਡੀ ਐਲਗੋਰਿਦਮ ਦੇ ਨਾਲ ਇਹ ਨਹੀਂ ਸੀ ਨਿਕਲ ਰਿਹਾ ਠੀਕ ਸੋ ਜੇ ਤੁਸੀਂ ਹੁਣ ਇਹਨੂੰ ਧਿਆਨ ਨਾਲ ਦੇਖੋ ਕਿ ਇਹਦੇ ਰਿਕਰਜਨ ਕੀ ਹੈ ਰਿਕਰਜਨ ਵਾਸਤੇ cost of 1s ਆਪਾਂ ਕੀ ਕਰਤਾ minimum of 1 plus cost 2a 2 plus cost 2b 5 plus cost 2c ਸੋ ਇਹ ਜਿਹੜਾ cost method ਹੈ ਇਹ ਆਪਣੇ ਆਪ ਨੂੰ ਕਾਲ ਕਰ ਰਿਹਾ ਹੈ with different values ਹਰ ਸਟੈਪ ਦੇ ਵਿੱਚ ਉਹ ਇੱਕ ਤੋਂ ਦੂਸਰੀ ਸਟੇਜ ਦੇ ਵਿੱਚ ਆ ਗਿਆ ਦੂਸਰੀ ਤੋਂ ਤੀਸਰੀ ਸਟੇਜ ਦੇ ਵਿੱਚ ਆ ਗਿਆ ਤੀਸਰੀ ਤੋਂ ਚੌਥੀ ਦੇ ਵਿੱਚ ਆ ਗਿਆ ਫਿਰ ਜਿਹੜਾ cost 2a ਹੈ 1 ਤਾਂ as it is ਆ ਜਾਏਗਾ ਇੱਥੇ ਜਿਹੜਾ cost 2a ਹੈ ਉਹਨੂੰ ਆਪਾਂ ਰਿਪਲੇਸ ਕਰ ਸਕਦੇ ਹਾਂ minimum of ਇਹ ਸਾਰੀ ਵੈਲਿਊ ਦੇ ਨਾਲ 4 plus cost 3d ਔਰ 11 plus cost 3e ਜਿਹੜਾ cost 2b ਹੈ ਇਹਨੂੰ ਵੀ ਆਪਾਂ ਇਸ ਤਰ੍ਹਾਂ ਲਿਖ ਸਕਦੇ ਹਾਂ
B ਤੋਂ 3 ਰਸਤੇ ਨਿਕਲਦੇ ਨੇ, C ਤੋਂ ਇੱਕੋ ਹੀ ਰਸਤਾ ਨਿਕਲਦਾ, ਇਸ ਕਰਕੇ ਇਹ ਇਦਾਂ ਲਿਖਿਆ ਜਾਏਗਾ। ਇਹਦੇ ਵਿੱਚ that means cost 2A ਨੇ ਅੱਗੇ ਫਿਰ ਕਾਲ ਕੀਤਾ 3D ਨੂੰ ਤੇ 3E ਨੂੰ, 2B ਨੇ ਕਾਲ ਕੀਤਾ 3D ਨੂੰ, 3E ਨੂੰ, 3F ਨੂੰ, 2C ਨੇ ਕਾਲ ਕੀਤਾ 3F ਨੂੰ। ਸੋ ਤੁਸੀਂ ਦੇਖੋਗੇ ਪ੍ਰੋਬਲਮ ਜਿਹੜੀ ਹੈ ਉਹ ਰਿਡਿਊਸ ਹੁੰਦੀ ਜਾ ਰਹੀ ਹੈ, ਪਲੱਸ ਰੈਪੀਟੀਸ਼ਨ ਹੋ ਰਹੀ ਹੈ। ਇੱਥੇ ਵੀ ਕਾਸਟ 3D ਕੈਲਕੂਲੇਟ ਕੀਤਾ, ਇੱਥੇ ਵੀ ਕਾਸਟ 3D ਕੈਲਕੂਲੇਟ ਕੀਤਾ, ਇੱਥੇ 3E ਕੈਲਕੂਲੇਟ ਕੀਤਾ, 3E ਕੈਲਕੂਲੇਟ ਕੀਤਾ, 3F ਕੈਲਕੂਲੇਟ ਕੀਤਾ, 3F ਕੈਲਕੂਲੇਟ ਕੀਤਾ। ਸੋ ਹਰ ਸਟੈਪ ਦੇ ਵਿੱਚ ਤੁਸੀਂ ਦੇਖੋਗੇ ਕਿ ਆਪਾਂ ਆਪਣੀ ਰੀਕੈਲਕੂਲੇਸ਼ਨ ਜਿਹੜੀ ਹੈ ਸੇਮ ਓਵਰਲੈਪਿੰਗ ਪ੍ਰੋਬਲਮ ਜਿਹੜੀਆਂ ਨੇ ਉਹ ਕ੍ਰੀਏਟ ਹੋ ਰਹੀਆਂ ਨੇ। ਠੀਕ, ਸਿਮਿਲਰਲੀ ਜਿਹੜੀ ਕਾਸਟ 3D ਹੈ ਇਹਨੂੰ ਫਰਦਰ ਅੱਗੇ ਆਪਾਂ ਇਦਾਂ ਡਿਵਾਈਡ ਕਰ ਸਕਦੇ ਹਾਂ, ਕਾਸਟ 3E ਇਹਨੂੰ ਫਰਦਰ ਅੱਗੇ ਆਪਾਂ ਇਦਾਂ ਡਿਵਾਈਡ ਕਰ ਸਕਦੇ ਹਾਂ। ਸੋ ਇਹ ਨੈਕਸਟ ਤੋਂ ਨੈਕਸਟ, ਔਰ ਅੱਜ ਤੁਸੀਂ ਆਪਣੇ ਆਪ ਕੈਲਕੂਲੇਟ ਕਰ ਲਿਓ ਵੀ ਇੱਥੇ ਕੀ ਕਾਲ ਬਣੇਗੀ। ਸੋ ਇਸ ਚੀਜ਼ ਨੂੰ ਥੋੜਾ ਐਕਸਰਸਾਈਜ਼ ਕਰਕੇ ਦੇਖਿਓ, ਤੁਹਾਨੂੰ ਖੁਦ ਪਤਾ ਲੱਗੇਗਾ ਕਿ ਓਵਰਲੈਪਿੰਗ ਆਪਾਂ ਪ੍ਰੋਬਲਮ ਨੂੰ ਰਿਕਰਸਿਵਲੀ ਕਾਲ ਕਰ ਰਹੇ ਹਾਂ, ਉਹਨੂੰ ਸਮਾਲ ਕਰ ਰਹੇ ਹਾਂ ਹਰ ਸਟੈਪ ਦੇ ਵਿੱਚ, ਔਰ ਜਿਹੜੀਆਂ ਹਰ ਸਟੇਜ ਦੇ ਵਿੱਚ ਜਿਹੜੀਆਂ ਸਬ ਪ੍ਰੋਬਲਮ ਨਿਕਲ ਕੇ ਆ ਰਹੀਆਂ ਨੇ ਉਹ ਓਵਰਲੈਪਿੰਗ ਹੈ। ਠੀਕ ਹੈ, ਸੋ ਦੈਟਸ ਵਾਈ ਦਿਸ ਇਜ਼ ਅ ਸਟੇਜ ਆਫ case of dynamic programming। ਠੀਕ, ਸੋ ਦਿਸ ਇਜ਼ ਨਾਓ ਯੂਅਰ ਹੋਮਵਰਕ। ਬੈਕਵਰਡ ਚੇਨਿੰਗ ਦੇ ਮੈਥਡ ਦੇ ਨਾਲ ਫਾਰਵਰਡ ਅਪਰੋਚ ਦੇ ਨਾਲ ਇਹਨੂੰ ਸੋਲਵ ਕਰਕੇ ਲੈ ਕੇ ਆਉਣਾ ਹੈ।